जे को आकै प्रसन्न यै फिर आगे ईसा क्या कीन। ਜੇ ਕੋਈ ਇਹ ਪੁੱਛੇ ਕਿ ਸੁਖਾ ਸਿੰਘ ਤਾਂ ਅਬਦਾਲੀ ਦੀ ਫੌਜ ਨਾਲ ਲੜ ਕੇ ਸ਼ਹੀਦ ਹੋ ਗਿਆ, ਅਬਦਾਲੀ ਨੇ ਉਸ ਤੋਂ ਬਾਅਦ ਕੀ ਕੀਤਾ? लाहौर टूटी कै ना टूटी उतर चैया तिस दीन। ਅਬਦਾਲੀ ਲਾਹੌਰ ਤੇ ਕਾਬਜ ਹੋ ਸਕਿਆ ਕਿ ਨਾ ਹੋ ਸਕਿਆ, ਇਹ ਕੋਈ ਪੁੱਛੇ ਤਾਂ ਉਹਦਾ ਜਵਾਬ ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਹੈ। उसी हगामे मैं मुओ कोड़ा मल दीवान। ਤਾਂ ਭਾਈ ਸਾਹਿਬ ਕਹਿੰਦੇ ਆ ਕਿ ਉਸੇ ਲੜਾਈ ਦੇ ਵਿੱਚ ਗੁਰੂ ਘਰ ਦਾ ਇੱਕ ਹੋਰ ਪ੍ਰੇਮੀ ਦੀਵਾਨ ਕੌੜਾ ਮੱਲ ਵੀ ਸ਼ਹੀਦ ਹੋ ਗਿਆ। ਉਹ ਲੜਾਈ ਜਿਹੜੀ 1753 ਚ ਅਬਦਾਲੀ ਦੀ ਤੇ ਮੀਰ ਮਨੂੰ ਦੀ ਚੱਲ ਰਹੀ ਸੀ, ਦੀਵਾਨ ਕੌੜਾ ਮੱਲ ਜੀ ਵੀ ਉਸ ਲੜਾਈ ਵਿੱਚ ਹੀ ਮਾਰੇ ਗਏ। सातै संगत सिंह ओ राजा जेजोवान। ਉਹਦੇ ਨਾਲ ਜੇਜੋਵਾਨ ਦਾ ਰਾਜਾ ਸੰਗਤ ਸਿੰਘ ਉਹ ਵੀ ਮਾਰਿਆ ਗਿਆ। 24 कई महीने लड़ते पै। ਕਈ ਮਹੀਨੇ ਲਾਹੌਰ ਵਿੱਚ ਲੜਾਈ ਲੱਗੀ ਰਹੀ, ਅਬਦਾਲੀ ਦੀ ਤੇ ਮੀਰ ਮਨੂੰ ਦੀ ਟੱਕਰ ਹੁੰਦੀ ਰਹੀ। न दिलियों को मदद है। ਪਰ ਮੀਰ ਮਨੂੰ ਕੱਲਾ ਹੀ ਲੜਦਾ ਰਿਹਾ, ਉਹਦੀ ਮਦਦ ਤੇ ਦਿੱਲੀ ਤੋਂ ਕੋਈ ਫੌਜ ਨਹੀਂ ਆਈ। ਜਿਹੜੀ ਲਾਹੌਰ 'ਚ ਫੌਜ ਸੀਗੀ ਦੀਵਾਨ ਕੌੜਾ ਮੱਲ ਦੀ ਜਾਂ ਮੀਰ ਮਨੂੰ ਦੀ ਆਪਣੀ ਫੌਜ ਸੀ, ਉਹ ਹੀ ਮੁਕਾਬਲਾ ਕਰਦੇ ਰਹੇ। तुर तुर हेले रोला पाया। ਸਾਧ ਸੰਗਤ ਜੀ ਉਸ ਵੇਲੇ ਦਿੱਲੀ ਵਾਲੇ ਪਾਸੇ ਰੌਲਾ ਪਿਆ ਹੋਇਆ ਸੀ, ਉੱਥੇ ਆਪਣੀ ਜਿਹਨੂੰ ਕਹਿੰਦੇ ਖਾਨਾ ਜੰਗੀ ਘਰੋਗੀ ਲੜਾਈ ਦਿੱਲੀ ਦਰਬਾਰ ਦੀ ਚੱਲ ਰਹੀ ਸੀ। ਨਜੀਬ ਖਾਨ ਰੋਹੇਲਾ ਇੱਕ ਪਠਾਨ ਸੀਗਾ ਜਿਹਨੇ ਦਿੱਲੀ ਦੇ ਕਬਜ਼ਾ ਕਰਨ ਲਈ ਰੌਲਾ ਪਾਇਆ ਹੋਇਆ ਸੀ। मीर मनु इम शाय हराया। ਇਸ ਕਰਕੇ ਦਿੱਲੀੋਂ ਕੋਈ ਮਦਦ ਨਹੀਂ ਆਈ। ਦਿੱਲੀ ਵਾਲੇ ਦਾ ਆਪਣਾ ਹੀ ਬਸ ਦਿੱਲੀ ਦਾ ਹੀ ਹਿਸਾਬ ਕਿਤਾਬ ਨਾ ਪੂਰਾ ਕਰ ਸਕੇ, ਨਾ ਨਿਬੇੜ ਸਕੇ। 4 ਵਜ਼ੀਰ ਸਨ ਦਿੱਲੀ ਦੇ, ਆਪਸ ਵਿੱਚ ਲੜਦੇ ਰਹੇ। ਮਨਸੂਰ ਅਲੀ, ਗਾਜ਼ਦੀਨ, ਨਜੀਬ ਖਾਨ ਰੋਹੇਲਾ, ਨਿਜ਼ਾਮਦੀਨ, ਇਹ ਚਾਰੇ ਆਪਸ 'ਚ ਲੜਦੇ ਰਹੇ। ਤਾਂ ਹੁਣ ਮੀਰ ਮਨੂੰ ਦੀ ਹਾਰ ਹੋ ਗਈ। ਮੀਰ ਮਨੂੰ ਲੜਦਾ ਲੜਦਾ ਥੱਕ ਗਿਆ ਲਾਹੌਰ ਵਿੱਚ, ਉਹ ਅਹਿਮਦ ਸ਼ਾਹ ਅਬਦਾਲੀ ਤੋਂ ਹਾਰ ਗਿਆ। हाथ बंद गल कपड़ों पाए। ਸਾਧ ਸੰਗਤ ਜੀ ਮੀਰ ਮਨੂੰ ਬਹਾਦਰ ਘੱਟ ਸੀ ਤੇ ਚਲਾਕ ਜ਼ਿਆਦਾ ਸੀਗਾ, ਕਪਟੀ ਬੰਦਾ ਸੀਗਾ। ਲੋੜ ਪੈਣ ਤੇ ਗਧੇ ਨੂੰ ਵੀ ਬਾਪੂ ਜੀ ਕਹਿ ਲੈਂਦਾ ਸੀ, ਤੇ ਜੇ ਟਾਈਮ ਲੰਘ ਜਾਵੇ ਤੇ ਬਾਪੂ ਨੂੰ ਵੀ ਨਹੀਂ ਸੀ ਪੁੱਛਦਾ, ਇਹੋ ਜਿਹਾ ਬੰਦਾ ਸੀ। ਉਸ ਅਬਦਾਲ ਨੇ ਕੀ ਕੀਤਾ, ਜਦੋਂ ਦੇਖਿਆ ਵੀ ਮੇਰੀ ਹਾਰ ਹੋਣ ਲੱਗੀ ਹੈ, ਹਾਰ ਕੇ ਅਬਦਾਲੀ ਦੇ ਜਾ ਕੇ ਸ਼ਰਨ ਪੈ ਗਿਆ। ਗਲ 'ਚ ਕੱਪੜਾ ਪਾ ਕੇ, ਪੱਲਾ ਪਾ ਕੇ नठ ना गयो मिल पयो शाहे। ਨੱਠਿਆ ਨਹੀਂ, ਮੈਦਾਨ 'ਚੋਂ ਦੌੜਿਆ ਨਹੀਂ। ਉਹਨੇ ਸੋਚਿਆ ਰਾਜਨੀਤੀ ਦੇ 4 ਅੰਗ ਨੇ, ਸ਼ਾਮ, ਦਾਮ, ਦੰਡ, ਭੇਦ। ਸ਼ਾਮ ਦਾ ਮਤਲਬ ਹੁੰਦਾ ਦੁਸ਼ਮਣ ਦੀ ਸ਼ਰਨ ਪੈ ਜਾਣਾ, ਸੁਲ੍ਹਾ ਕਰ ਲੈਣੀ। ਰਾਜਨੀਤੀ ਚੱਲਦਾ। ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅਬਦਾਲੀ ਦੀ ਫੌਜ ਨੇ ਮੀਰ ਮਨੂੰ ਨੂੰ ਗ੍ਰਿਫਤਾਰ ਕਰ ਲਿਆ। ਹੱਥਾਂ 'ਚ ਹੱਥ ਕੜੀਆਂ, ਪੈਰਾਂ 'ਚ ਬੇੜੀਆਂ ਪਾ ਕੇ ਅਬਦਾਲੀ ਦੇ ਸਾਹਮਣੇ ਪੇਸ਼ ਕਰ ਦਿੱਤਾ। ਮੀਰ ਮਨੂੰ ਨੂੰ ਅਬਦਾਲੀ ਨੇ ਗਰਜ ਕੇ ਪੁੱਛਿਆ, ਓਏ ਮੀਰ ਮਨੂੰ, 6 ਮਹੀਨੇ ਤੂੰ ਮੇਰੇ ਨਾਲ ਲੜਦਾ ਰਿਹਾ ਹੈ, ਅੱਜ ਮੈਂ ਤੈਨੂੰ ਕਾਬੂ ਕਰ ਲਿਆ, ਹੁਣ ਤੇਰੇ ਨਾਲ ਮੈਂ ਕੀ ਸਲੂਕ ਕਰਾਂ? ਅਬਦਾਲੀ ਨੇ ਪੁੱਛਿਆ ਮੀਰ ਮਨੂੰ ਨੂੰ, ਹੁਣ ਦੱਸ ਮੈਂ ਤੇਰੇ ਨਾਲ ਕੀ ਸਲੂਕ ਕਰਾਂ? ਮੀਰ ਮਨੂੰ ਨੇ ਬੜਾ ਜਵਾਬ ਦਿੱਤਾ, ਸਿਆਣਿਆਂ ਵਾਲਾ, ਚਲਾਕੀ ਵਾਲਾ। ਕੀ ਕਹਿੰਦਾ? ਕਹਿੰਦਾ ਜੇ ਤੇ ਤੂੰ ਕਸਾਈ ਹੈ, ਅਬਦਾਲੀ ਨੂੰ ਕਹਿੰਦਾ ਜੇ ਤੇ ਤੂੰ ਕਸਾਈ ਹੈ ਤਾਂ ਮੈਨੂੰ ਕਤਲ ਕਰ ਦੇ, ਜੇ ਤੂੰ ਵਪਾਰੀ ਹੈ ਤੇ ਮੈਨੂੰ ਵੇਚ ਦੇ, ਕਿਸੇ ਦੂਸਰੇ ਕੋਲ ਪੈਸੇ ਲੈ ਲੈ। ਜੇ ਤੂੰ ਕਸਾਈ ਹੈ ਮੈਨੂੰ ਕਤਲ ਕਰ ਦੇ, ਤੂੰ ਵਪਾਰੀ ਹੈ ਤੇ ਮੈਨੂੰ ਵੇਚ ਦੇ, ਜੇ ਤੂੰ ਬਾਦਸ਼ਾਹ ਹੈ ਤੇ ਮੈਨੂੰ ਮਾਫ ਕਰ ਦੇ। ਅਬਦਾਲੀ ਬੜਾ ਖੁਸ਼ ਹੋਇਆ ਜਵਾਬ ਸੁਣ ਕੇ, ਕਹਿਣ ਲੱਗਾ ਵੀ ਹੁਣ ਬਾਦਸ਼ਾਹ ਹੀ ਆ ਮੈਂ, ਠੀਕ ਹੈ, ਮੈਂ ਤੈਨੂੰ ਲਾਹੌਰ ਦਾ ਸੂਬੇਦਾਰ ਬਣਾਣਾ ਆਪਣੇ ਵੱਲੋਂ। ਦੁਬਾਰਾ ਲਾਹੌਰ ਦੀ ਸੂਬੇਦਾਰੀ ਮੀਰ ਮਨੂੰ ਨੂੰ ਅਬਦਾਲੀ ਨੇ ਦੇ ਦਿੱਤੀ, ਪਰ
ਕਹਿ ਦਿੱਤਾ ਵੀ ਹੁਣ ਅੱਜ ਤੋਂ ਬਾਅਦ ਤੂੰ ਮੇਰੇ ਮਤਹਿਤ ਹੋਵੇਂਗਾ। ਹਾਂਜੀ 50 ਲੱਖ ਰੁਪਈਓ ਲਿਓ ਨ ਮਾਨਾ। 50 ਲੱਖ ਰੁਪਈਆ ਮੀਰ ਮਨੂੰ ਨੇ ਅਬਦਾਲੀ ਨੂੰ ਦੇਣਾ ਮੰਨ ਲਿਆ। ਭਾਵੇਂ ਉਸ ਵੇਲੇ ਤਾਂ ਖਜ਼ਾਨਾ ਖਾਲੀ ਸੀ, ਪਰ ਮੀਰ ਮਨੂੰ ਨੇ ਕਹਿ ਦਿੱਤਾ ਵੀ ਇਸ ਮਾਮਲੇ ਦਾ ਮੈਂ 6 ਮਹੀਨੇ ਦਾ ਜਿਹੜਾ ਟੈਕਸ ਇਕੱਠਾ ਕਰਾਂਗਾ, 50 ਲੱਖ ਰੁਪਈਆ ਟਕਾ ਜਿਹੜਾ ਹੈ ਉਹ ਮੈਂ ਕਾਬਲ ਤੁਹਾਡੇ ਕੋਲ ਪੁੱਜਦਾ ਕਰ ਦਿਆਂਗਾ। ਫਿਰ ਸ਼ਾਹ ਬਹਾਇਓ ਕਰ ਆਪਨ। ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮਨੂੰ ਨੂੰ ਆਪਣਾ ਬਣਾ ਲਿਆ। ਮੀਰ ਮਨੂੰ ਨੂੰ ਪੰਜਾਬ ਦਾ ਰਾਜ, ਲਾਹੌਰ ਦਾ ਰਾਜ ਵਾਪਸ ਕਰਕੇ ਅਬਦਾਲੀ ਨੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਪੰਜਾਬ ਹਿੰਦੁਸਤਾਨ ਦਾ ਸੂਬਾ ਨਹੀਂ, ਅੱਜ ਤੋਂ ਬਾਅਦ ਪੰਜਾਬ ਅਫਗਾਨਿਸਤਾਨ ਦਾ ਹਿੱਸਾ ਬਣ ਗਿਆ। ਹਾਂਜੀ ਲਾਹੌਰ ਜਿੱਤ ਦਿੱਲੀ ਜਿੱਤ ਲਈ। ਜਦੋਂ ਲਾਹੌਰ ਫਤਿਹ ਕਰ ਲਿਆ ਅਬਦਾਲੀ ਨੇ, ਲਾਹੌਰ ਤੇ ਕਬਜ਼ਾ ਕਰ ਲਿਆ ਤੇ ਮੀਰ ਮਨੂੰ ਨੂੰ ਆਪਣੇ ਨਾਲ ਲਾ ਲਿਆ ਤੇ ਫਿਰ ਉਹ ਦਿੱਲੀ ਨੂੰ ਤੁਰਿਆ। ਰਸਤੇ 'ਚ ਸਰਹੰਦ ਫਤਿਹ ਕਰਕੇ ਜੈਨ ਖਾਨ ਨੂੰ ਉੱਥੋਂ ਦਾ ਸੂਬੇਦਾਰ ਥਾਪ ਕੇ ਦਿੱਲੀ ਜਾ ਵੜਿਆ ਤੇ ਦਿੱਲੀ ਫਤਿਹ ਕਰਕੇ ਖਾਨ ਨਜੀਬ ਕੋ ਦਿੱਲੀ ਦਈ। ਨਜੀਬ ਖਾਨ ਰੋਹੇਲੇ ਨੂੰ ਦਿੱਲੀ ਦਾ ਸਾਰਾ ਸਰਪ੍ਰਸਤ ਬਣਾ ਦਿੱਤਾ। ਬਹਾਇਓ ਉਨ ਕਰ ਆਪਣ ਵਿੱਚ ਵਜ਼ੀਰ। ਆਪਣੇ ਵੱਲੋਂ ਵਜ਼ੀਰ ਥਾਪ ਕੇ ਹਿੰਦੁਸਤਾਨ ਦਾ ਅਹਿਮਦ ਸ਼ਾਹ ਅਬਦਾਲੀ ਨੇ ਨਜੀਬ ਖਾਨ ਰੋਹੇਲੇ ਨੂੰ ਸ਼ਾਹੀ ਮੁਗਲਨ ਕੀ ਪਇਓ ਦਿੱਲੀਓਂ ਤਗੀਰ। ਔਰ ਮੁਗਲਾਂ ਦਾ ਇੱਕ ਵਾਰੀ ਪਤਾ ਸਾਫ਼ ਕਰ ਦਿੱਤਾ। ਜਿਹੜਾ ਔਰੰਗਜ਼ੇਬ ਦਾ ਪਰਿਵਾਰ ਮੁਗਲ ਪਰਿਵਾਰ ਹੈ, ਉਹਦਾ ਰਾਜ ਭਾਗ ਖਤਮ ਕਰਤਾ ਅਬਦਾਲੀ ਨੇ। ਮੁਗਲਾਂ ਦੀ ਇੱਕ ਤਰ੍ਹਾਂ ਨਾਲ, ਜੋ ਗੁਰੂ ਸਾਹਿਬ ਜੀ ਨੇ, ਗੁਰੂ ਕਲਗੀਧਰ ਜੀ ਨੇ ਕਿਹਾ ਸੀ ਨਾ ਵੀ ਮੁਗਲਨ ਦਾ ਰਾਜ ਕਾਬਲ ਤੇ ਕੁੱਤਾ ਮੈਂ ਗਵਾਊਂ, ਉਹਨੂੰ ਤੇ ਇਨਕਾ ਨਾਸ ਕਰਾਊਂ। ਅਬਦਾਲੀ ਦੀ ਸਮਝੋ ਇੱਕ ਵਾਰੀ ਫੌਜ ਜਿਹੜੀ ਦਿੱਲੀ 'ਚ ਕਾਬਜ ਹੋ ਗਈ ਤੇ ਮੁਗਲਾਂ ਦਾ ਕੰਮ ਢਿੱਲਾ ਪੈ ਗਿਆ। ਦੋਹਰਾ ਇਸ ਦਿੱਲੀ ਪਰ ਚਾਵਣੋ ਉਠਿਓ ਤੋਂ ਬਹੁਤੀ ਵਾਰ। ਭਾਈ ਸਾਹਿਬ ਜੀ ਲਿਖ ਰਹੇ ਨੇ ਦਿੱਲੀ ਦੇ ਉੱਤੇ ਇਸ ਤਰ੍ਹਾਂ ਦੇ ਹੱਲੇ ਕਈ ਹੋਏ ਆ, ਇੱਕ ਵਾਰੀ ਨਹੀਂ। ਔਰੰਗਜ਼ੇਬ ਤੋਂ ਬਾਅਦ ਉਹਦਾ ਪੁੱਤਰ ਬਹਾਦਰ ਸ਼ਾਹ ਕੋਈ 2-4 ਸਾਲ ਰਾਜ ਕਰ ਗਿਆ। ਬਹਾਦਰ ਸ਼ਾਹ ਤੋਂ ਬਾਅਦ ਕੋਈ ਵੀ ਚੰਗਾ ਬਾਦਸ਼ਾਹ ਦਿੱਲੀ ਤੇ ਨਹੀਂ ਬੈਠਾ ਜਿਹੜਾ ਲੰਮਾ ਸਮਾਂ ਰਾਜ ਕਰ ਸਕਿਆ ਹੋਵੇ। ਜਹਾਂਦਰ ਸ਼ਾਹ ਬਣਿਆ ਸੀ ਬੰਦੇ ਬਹਾਦਰ ਦੇ ਟਾਈਮ ਤੇ, 11 ਮਹੀਨੇ ਰਿਹਾ। ਉਹਦੇ ਤੋਂ ਬਾਅਦ ਫਰਖਸ਼ੀਰ ਰਿਹਾ 2-3 ਸਾਲ। ਫਰਖਸ਼ੀਰ ਨੂੰ ਵੀ ਅੰਨਾ ਕਰਕੇ ਮਾਰਿਆ ਤੇ ਮੁਹੰਮਦ ਸ਼ਾਹ ਰੰਗੀਲਾ ਬਣਿਆ। ਉਹ ਉਂਝ ਰੰਗੀਲਾ ਸੀਗਾ, ਹਰ ਵੇਲੇ दारू ਦੇ ਵਿੱਚ ਰੱਜਿਆ ਰਹਿਣਾ, ਸਵੇਰੇ ਹੀ ਸ਼ਰਾਬ ਪੀਣੀ ਸ਼ੁਰੂ ਕਰਨੀ, ਸਾਰਾ ਦਿਨ ਨਾਚ ਗਾਣਾ। ਉਹ ਰਿਹਾ ਤਾਂ 35 ਸਾਲ ਹਿੰਦੁਸਤਾਨ ਦਾ ਬਾਦਸ਼ਾਹ, ਪਰ ਬੇੜਾ ਗਰਕ ਕਰ ਗਿਆ ਦੇ ਮੁਗਲਾਂ ਦਾ। ਉਹ ਗੁਰੂ ਸਾਹਿਬ ਦਾ ਬਚਨ ਹੀ ਕੰਮ ਕਰ ਰਿਹਾ ਸੀ, ਕਿਉਂਕਿ ਜੇ ਕੋਈ ਬਹੁਤ ਤੇਜ਼ ਤਰਾਰ ਬਾਦਸ਼ਾਹ ਹੁੰਦਾ ਉਹਨੇ ਸਿੱਖਾਂ ਦੇ ਪੈਰ ਨਹੀਂ ਸੀ ਲੱਗਣ ਦੇਣੇ। ਭਾਣਾ ਮਹਾਰਾਜ ਦਾ ਐਸਾ ਵਰਤਿਆ ਮੁਹੰਮਦ ਸ਼ਾਹ ਰੰਗੀਲੇ ਦੇ ਸਮੇਂ ਸਿੱਖਾਂ ਨੂੰ ਦਿੱਲੀ ਵੱਲੋਂ ਕੋਈ ਤੰਗੀ ਨਹੀਂ ਆਈ। ਦਿੱਲੀ ਵੱਲ ਤਾਂ ਇੱਕ ਵਾਰੀ ਕਹਿੰਦੇ ਆ ਕਿ ਮੁਹੰਮਦ ਸ਼ਾਹ ਰੰਗੀਲੇ ਨੇ ਸਿੱਖਾਂ ਦੀ ਨਕਲ ਵੇਖੀ ਸੀ ਭੰਡਾਂ ਕੋਲੋਂ। ਪੰਥ ਪ੍ਰਕਾਸ਼ ਵਿੱਚ ਕਥਾ ਹੁੰਦੀ, ਗਿਆਨੀ ਗਿਆਨ ਸਿੰਘ ਨੇ ਲਿਖਿਆ। ਉਹਨੇ ਪੁੱਛਿਆ, ਕਹਿੰਦਾ ਵੀ ਸਿੱਖ ਕਿੱਦਾਂ ਦੇ ਹੁੰਦੇ ਆ? ਵਜ਼ੀਰ ਕਹਿੰਦਾ ਜੀ ਹੁਣ ਤੁਹਾਨੂੰ ਕਿੱਦਾਂ ਦੇ ਦਸੀਏ? ਕਹਿੰਦਾ ਮੈਨੂੰ ਨਕਲ ਕਰਾ ਕੇ ਨਾ ਤਮਾਸ਼ਾ। ਤਮਾਸ਼ਿਆਂ ਦਾ ਸ਼ੌਕੀਨ ਸੀਗਾ ਬੜਾ। ਉਹਨੇ ਭੰਡ ਬੁਲਾ ਲਏ, ਭੰਡ ਜਿਹੜੇ ਉਹ ਨਕਲਚੀ ਹੁੰਦੇ ਨਾ, ਕੋਈ ਪਠਾਨ ਬਣ ਜਾਂਦਾ ਤੇ ਕੋਈ ਪੁਲਿਸ ਬਣ ਜਾਂਦਾ, ਕੋਈ ਚੋਰ, ਕੋਈ ਸਿਪਾਹੀ, ਕਈ ਤਰ੍ਹਾਂ ਦੇ ਰੂਪ ਬਦਲਦੇ ਬਰੂਪੀਏ। ਉਹ ਭੰਡਾਂ ਤੋਂ ਨਕਲ ਕਰਾਈ ਸੀ ਸਿੰਘਾਂ ਦੀ। ਭਾਈ ਗਿਆਨੀ ਗਿਆਨ ਸਿੰਘ ਲਿਖਿਆ, ਤਾਂ ਭੰਡਾਂ ਦੇ ਰਚੀਆਂ ਨਕਲਾਂ ਲਗੇ ਸੱਜਣ ਸਭ ਸਿੰਘਣ ਸ਼ਕਲਾਂ। ਸਿੰਘਾਂ ਦੀਆਂ ਸ਼ਕਲਾਂ ਬਣਾ ਕੇ ਕਿਸੇ ਨੇ ਚਿੱਟੇ ਬਾਣੇ ਪਾਏ, ਕਿਸੇ ਨੇ ਨੀਲੇ, ਕਿਸੇ ਨੇ ਪੀਲੇ। ਕੇਤਕ ਸਜੀਆਂ ਨੀਲ ਨਿਹੰਗਾਂ, ਕੇਤਕ ਸਜੀਆਂ ਸਵੇਤ ਭੁਜੰਗਾਂ। ਤੇ ਮਸਤਾਨੇ ਦਵਾਨੇ ਟੁੱਟੇ ਟੁੱਟੇ ਸ਼ਸਤਰ, ਟੂਟੇ ਫੂਟੇ ਜਰਖਲ ਸ਼ਸਤਰ। ਤੇ ਘੋੜੇ ਕਹਿੰਦੇ ਕਿਹੋ ਜੇ, ਅੱਗਿਓਂ ਖਿੱਚਾਂ ਪਿੱਛੋਂ ਧੱਕਾ।
ਅੱਗੋਂ ਖਿੱਚਣੇ ਪੈਂਦੇ, ਪਿੱਛੋਂ ਧੱਕਾ ਲਾਣਾ ਪੈਂਦਾ, ਘੋੜੇ ਤਾਂ ਤੁਰਦੇ। ਅਸਲ ਦਿਖਾਏ ਇਹੋ ਅਥੱਕ ਹੈ, ਉਹਨਾਂ ਦਾ ਨਾਮ ਰੱਖਿਆ ਅਥੱਕ, ਵੀ ਥੱਕਦਾ ਹੀ ਕੋਈ ਨਹੀਂ, ਜਿਹਨਾਂ ਕੋਲ ਤੁਰਿਆ ਨਹੀਂ ਜਾਂਦਾ। ਜਾ ਕੇ ਕਚਹਿਰੀ ਦੇ ਵਿੱਚ ਬੈਠ ਗਏ। ਫਤਿਹ ਅਕਾਲ ਅਕਾਲ ਗਜਾਈ, ਧੂਮ ਕਚਹਿਰੀ ਵਿੱਚ ਮਚਾਈ। ਜਾ ਕੇ ਅਕਾਲ 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 ਕਰਦੇ ਕਚਹਿਰੀ 'ਚ ਧੂਮ ਮਚਾ ਦਿੱਤੀ। ਐਨ ਬਾਦਸ਼ਾਹ ਦੇ ਸਾਹਮਣੇ ਰੱਖ ਕੇ ਸਲੋਤਰ ਸੁਨਹਿਰਾ ਸੁੱਖਾ ਰਗੜਿਆ। ਰਗੜਿਓ ਸੁੱਖਾ ਸਿਖਰ ਦੁਪਹਿਰੇ, ਤੇ ਉਹਦਾ ਮਾਰ ਕੇ ਗੋਲਾ ਬਾਦਸ਼ਾਹ ਦੇ ਮੂੰਹ ਤੇ ਕਹਿੰਦਾ, ਆਇਆ ਨੁਗਦਾ, ਤੇਰੇ ਬਾਲ ਬੱਚੇ ਨੂੰ ਚੁਗਦਾ, ਗੁਰੂ ਘਰ ਦੇ ਦੋਖੀਆ, ਤੇਰਾ ਖਾਲਸੇ ਨਾਲ ਕੋਈ ਦਾਵਾ ਨਹੀਂ ਪੁੱਗਦਾ। ਫਿਰ ਉਹਨਾਂ ਦੀਆਂ ਬੋਲੀਆਂ ਸੁਣਾਈਆਂ ਸਿੰਘਾਂ ਦੀਆਂ। ਉਹ ਜੇ ਬੋਲੀਆਂ ਸੁਣਾਈਆਂ, ਉਹ ਇਹੋ ਜਿਹਾ ਉੱਥੇ ਮਾਹੌਲ ਬੰਨਿਆ, ਉਹ ਵਿੱਚੋਂ ਸੜਨ ਵੀ ਸਾਨੂੰ ਇਹ ਗਾਲਾਂ ਕੱਢਦੇ ਆ, ਪਰ ਕਹਿ ਵੀ ਨਹੀਂ ਸਕਦੇ, ਉਹ ਨਕਲੀ ਬਣਾਏ ਹੋਏ ਸਨ। ਫਿਰ ਦੂਜੇ ਪਾਸੇ ਬੜੇ ਬੜੇ ਜਵਾਨ ਬਣਾਏ, ਪਠਾਨ ਤੇ ਮੁਗਲ, ਉਹਨਾਂ ਨਾਲ ਲੜਨ ਵਾਸਤੇ। ਉਹਨਾਂ ਨੂੰ ਜਦੋਂ ਇੱਕ ਸਿੰਘ ਉੱਤੇ ਟੰਗ ਬਿਠਾਇਆ ਹੋਇਆ ਸੀ, ਟਾਂਗੂ ਸਿੰਘ, ਉਹਨੇ ਕਹਿਦਾ ਸ਼ਿਕਾਰ ਆ ਗਿਆ, ਯਾਨੀ ਮੁਗਲ ਆ ਗਏ ਨੇ। ਤਿਆਰ ਬਰ ਤਿਆਰ ਹੋ ਗਏ ਫਟਾਫਟ, ਤੇ ਲੜਨ ਲੱਗ ਪਏ ਉਹਨਾਂ ਨਾਲ। ਇੱਕਦਮ ਭੱਜ ਗਏ ਮੈਦਾਨ ਛੱਡ ਕੇ। ਉਹਨਾਂ ਨੇ ਆਖਿਆ ਵੀ ਸਿੱਖ ਭੱਜ ਗਏ। ਪਿੱਛੋਂ ਦੀ ਦੁਸ਼ਮਣ ਦੀ ਫੌਜ ਜਦੋਂ ਆਈ, ਇਹ ਰੁਕ ਕੇ ਫਿਰ ਹੱਲਾ ਬੋਲ ਦਿੱਤਾ, ਸਾਰੇ ਕਤਲ ਕਰ ਦਿੱਤੇ। ਉਹ ਇੰਨੀ ਉਹ ਨਕਲੀਆਂ ਨੇ ਲੜਾਈ ਵਿਖਾਈ, ਅਸਲੀ ਵਰਗੀ ਕਰ ਦਿੱਤੀ। ਜਦੋਂ ਅਸਲੀ ਵਰਗੀ ਕਰ ਦਿੱਤੀ, ਮੁਹੰਮਦ ਸ਼ਾਹ ਰੰਗੀਲਾ ਕਹਿੰਦਾ, ਜਿਹੜੇ ਨਕਲੀ ਇੰਨਾ ਕਰਦੇ, ਅਸਲ ਪਤਾ ਨਹੀਂ ਕੀ ਕਰਦੇ ਹੋਣਗੇ। ਉਹ ਕਹਿੰਦਾ, ਬਸ ਮੈਂ ਇਹਨਾਂ ਤੋਂ ਇਦਾਂ ਹੀ ਠੀਕ ਆ, ਅਸੀਂ ਪੰਜਾਬ ਵੱਲ ਨਹੀਂ ਜਾਣਾ, ਕਹਿੰਦਾ ਆਪਾਂ ਦਿੱਲੀ 'ਚ ਹੀ ਠੀਕ ਆ। ਮੁਹੰਮਦ ਸ਼ਾਹ ਰੰਗੀਲੇ ਨੇ ਮੁੜ ਕੇ ਸਿੱਖਾਂ ਨਾਲ ਨਹੀਂ ਕੋਈ ਛੇੜਖਾਨੀ ਕੀਤੀ, ਉਹ ਦਿੱਲੀ 'ਚ ਬੈਠਾ ਰਿਹਾ। ਪੰਜਾਬ ਦੇ ਜਿਹੜੇ ਰਹੇ ਗਵਰਨਰ, ਜ਼ਕਰੀਆ ਖਾਂ 20 ਸਾਲ ਰਿਹਾ, 2 ਸਾਲ ਉਹਦਾ ਪੁੱਤਰ ਰਿਹਾ, ਹੁਣ ਮੀਰ ਮੰਨੂ ਹੈ 5 ਸਾਲ ਤੋਂ। ਇਹ ਜਿਹੜੇ ਹਨ, ਇਹਨਾਂ ਦੀ ਸਿੱਖਾਂ ਨਾਲ ਟੱਕਰ ਹੋ ਰਹੀ ਹੈ, ਕਿਉਂਕਿ ਇਹਨਾਂ ਦੀ ਮਜਬੂਰੀ ਹੈ। ਇਹਨਾਂ ਦੇ ਕੋਲ ਜੋ ਰਹਿੰਦੇ ਨੇ ਪੰਜਾਬ ਵਾਲੇ, ਤਾਂ ਉੱਥੇ ਭਾਈ ਸਾਹਿਬ ਲਿਖ ਰਹੇ ਆ ਵੀ ਦਿੱਲੀ 'ਚ ਕਈ ਵਾਰ ਉਤਰਾ ਚੜਾ ਹੁੰਦੇ ਰਹੇ। ਕਲਗੀਧਰ ਪਾਤਸ਼ਾਹ ਦਾ ਬਚਨ ਸੀ ਵੀ ਮੁਗਲਾਂ ਦੀ ਜੜ ਪੁੱਟੀ ਜਾਣੀ ਹੈ, ਉਹ ਪੁੱਟੀ ਗਈ। ਹਾਂਜੀ। ਦੱਖਣੀਓ ਵੱਡ ਪੱਛਮੀ ਲੜ ਮਰ ਗਏ ਖੁਆਰ। ਦੱਖਣ ਤੋਂ ਵੀ ਫੌਜਾਂ ਚੜ ਚੜ ਕੇ ਮਰੱਟਿਆਂ ਦੀਆਂ ਆਉਂਦੀਆਂ ਰਹੀਆਂ, ਇਧਰੋਂ ਪੱਛਮ ਤੋਂ ਪਠਾਨ ਆਉਂਦੇ ਰਹੇ। ਪਠਾਨਾਂ ਦੀ ਤੇ ਮਰੱਟਿਆਂ ਦੀਆਂ ਵੀ ਲੜਾਈਆਂ ਬਹੁਤ ਹੋਈਆਂ ਦਿੱਲੀ ਦੇ ਵਾਸਤੇ। ਮਰੱਟੇ ਕਹਿੰਦੇ ਸੀ ਦਿੱਲੀ ਤੇ ਸਾਡਾ ਪ੍ਰਬੰਧ ਰਵੇ, ਤੇ ਉਹ ਗਾਜਦੀਨ ਦੀ ਮਦਦ ਕਰਦੇ ਸਨ, ਮੁਗਲ ਦੀ, ਵਜ਼ੀਰ ਆਜ਼ਮ ਦੀ, ਤੇ ਪਠਾਨ ਕਰਦੇ ਸਨ ਨਜੀਬ ਖਾਨ ਰੁਹੇਲੇ ਦੀ। ਤੇ ਉਹ ਦੋਵਾਂ ਦੀ ਆਪਸ 'ਚ ਲੜਾਈ ਭਾਈ ਸਾਹਿਬ ਜੀ ਲਿਖ ਰਹੇ ਕਈ ਵਾਰ ਹੋਈ ਹੈ। ਉਤੋ ਜੋ ਚੌਥੋ ਮੁਗਲ ਸੋ ਦਿੱਲੀ ਕੋ ਜੋ ਵਜ਼ੀਰ। ਕਹਿੰਦੇ ਜਿਹੜਾ ਚੌਥਾ ਦਿੱਲੀ ਦਾ ਮੁਗਲ ਸੀ, ਵਜ਼ੀਰ ਆਜ਼ਮ ਸੀ, ਸੋ ਨਟ ਮਰਹਟਨ ਪੈ ਗਇਓ ਦਿੱਲੀਓਂ ਹੋਏ ਤਗੀਰ। ਉਹ ਦਿੱਲੀਓਂ ਦੌੜ ਕੇ ਮੁਗਲ ਵਜ਼ੀਰ ਮਰਹਟਿਆਂ ਕੋਲ ਗਿਆ। ਚੌਪਈ ਨਾਮ ਗਾਜਦੀ ਸੋ ਕਹਾਇਆ। ਉਹਦਾ ਨਾਮ ਸੀਗਾ ਮੁਗਲ ਵਜ਼ੀਰ ਦਾ ਗਾਜਦੀਨ। ਹਲਕਾ ਪਤਸ਼ਾਹੋਂ ਬੰਦਰਾ ਪਾਇਆ। ਉਹਨੂੰ ਮਰਹਟਿਆਂ ਨੇ ਸਤਿਕਾਰ ਦੇ ਕੇ ਆਪਣੇ ਕੋਲ ਬਿਠਾਇਆ। ਮਲਾਰ ਮਰਾਠੇ ਸੋ ਦੋਸਤੀ ਲਾਈ। ਉਸ ਵੇਲੇ ਮਰਹਟਿਆਂ 'ਚ ਸਭ ਤੋਂ ਵੱਡਾ ਸੀ ਮਲਹਾਰ ਰਾਓ। ਮਲਹਾਰ ਰਾਓ ਕੋਲ 2.5-3 ਲੱਖ ਫੌਜ ਤੱਕ ਫੌਜ ਹੋਈ ਹੈ। ਉਹ ਕਈ ਵਾਰ ਦਿੱਲੀ ਤੇ ਕਬਜ਼ਾ ਕਰਨ ਆਇਆ। ਮਲਹਾਰ ਰਾਓ ਮਰਹਟੇ ਨਾਲ ਗਾਜਦੀਨ ਨੇ ਦੋਸਤੀ ਪਾਈ ਸੀ। ਜਾ ਬੈਠੋ ਸੋ ਤਿਸ ਕੈ ਪਾਈ। ਗਾਜਦੀਨ ਮਲਹਾਰ ਰਾਓ ਕੋਲ ਜਾ ਬੈਠਿਆ, ਮਹਾਰਾਸ਼ਟਰ ਵੱਲ, ਦੱਖਣ ਵੱਲ। ਕਈ ਬਰਸੋ ਉਆਰੇ ਹੋ। ਕਈ ਸਾਲ ਉੱਥੇ ਰਿਹਾ ਗਾਜਦੀਨ। ਤੇ ਪਾਜੇ ਉਨੋ ਚਾਵਨੋ ਚਇਓ। ਫਿਰ ਉਹਨੇ ਹੌਸਲਾ ਕੀਤਾ ਵੀ ਦਿੱਲੀ ਤੇ ਚੱਲ ਕੇ ਕਬਜ਼ਾ ਕਰੀਏ। ਲਾਗ ਟਕਾਉਨ ਕੂਚ ਠਹਿਰਾਇਓ। ਮਰਹਟਿਆਂ ਨੂੰ ਉਹਨੇ ਪੈਸੇ ਕੀਤੇ ਦੇਣੇ, ਦਿੱਲੀ ਦੇ ਖਜ਼ਾਨੇ 'ਚੋਂ ਮੈਂ ਤੁਹਾਨੂੰ ਇੰਨਾ ਮਾਲ ਦਿਆਂਗਾ। ਪੈਸਾ ਉਹਨੇ ਬਹੁਤ ਸਾਂਭਿਆ ਹੋਇਆ ਸੀ ਗਾਜਦੀਨ ਨੇ ਆਪਣੇ ਕੋਲ। ਕਹਿੰਦਾ ਵੀ ਜੇ ਫੌਜ ਤੁਰੇਗੀ ਤਾਂ 1 ਲੱਖ ਟਕਾ ਦਿਆਂਗਾ।
25,000 ਜੈ ਡੇਰਾ ਲਾਇਓ 25,000 ਜਿੱਥੇ ਰਾਤ ਕੱਟੋਗੇ ਖਰਚਾ ਦਿਆਂਗਾ। ਇਸੀ ਪਾਤੋਂ ਦਿੱਲੀ ਛੁਡਾਈ ਉਹਨੇ ਫੌਜ ਨੂੰ ਬਹੁਤ ਪੈਸਾ ਦੇ ਕੇ ਮਰਹਟਿਆਂ ਦੀ ਫੌਜ ਆਪਣੇ ਨਾਲ ਲਈ ਤੇ ਦਿੱਲੀ ਫੇਰ ਛੁਡਾ ਲਈ ਪਠਾਣਾ ਕੋਲੋਂ। ਰੋਹਿਲਾ ਦਿੱਲੀਓਂ ਗਇਓ ਪਰਾਈ ਨਜੀਬ ਖਾਨ ਰੋਹਿਲਾ ਦੌੜ ਗਿਆ ਦਿੱਲੀੋਂ ਜੋ ਅਬਦਾਲੀ ਵੱਲੋਂ ਬਣਿਆ ਬੈਠਾ ਸੀ। ਨਜੀਬ ਗੜੇ ਜਾ ਨਜੀਬਾ ਵੜਾ ਨਜੀਬ ਖਾਨ ਰੋਹਿਲਾ ਨਜੀਬਗੜ੍ਹ ਆਪਣੇ ਸ਼ਹਿਰ ਜਾ ਵੜਿਆ। ਮਰਹੱਟੇ ਡੇਰਾ ਆਏ ਦਿੱਲੀ ਕਰਾ ਮਰਾਠਿਆਂ ਨੇ ਦਿੱਲੀ ਤੇ ਆ ਕਬਜ਼ਾ ਕੀਤਾ। ਦੋਰਾ ਮਲਾਲ ਰਾਗੋ ਦੋਇ ਸਿਧੀਏ ਕੋ ਤੁਕੋ ਹੁਲ ਕਰ ਥੋਏ ਮਰਾਰ ਰਾਓ ਰਾਘੋ ਰਾਓ ਇਹ ਜਿਹੜੇ ਦੋ ਵੱਡੇ ਮਰਹੱਟੇ ਸਨ। ਆ ਦਿੱਲੀ ਬਹੁਤ ਦਿਨ ਰਹਿ ਆਗੇ ਚੜੇ ਨਾ ਕੋਈ ਇਹ ਦਿੱਲੀ 'ਚ ਬੜਾ ਚਿਰ ਰਹੇ ਪਰ ਪੰਜਾਬ ਵੱਲ ਨਹੀਂ ਆਏ। ਪੰਜਾਬ ਵੱਲ ਇਹਨਾਂ ਨੂੰ ਖਤਰਾ ਸੀ ਮਰਹੱਟਿਆਂ ਨੂੰ ਕਿ ਮੀਰ ਮੰਨੂ ਦੇ ਨਾਲ ਭਾਵੇਂ ਅਸੀਂ ਲੜ ਕੇ ਕਾਮਯਾਬ ਹੋ ਜਾਈਏ ਪਰ ਸਿੱਖਾਂ ਨੇ ਨਹੀਂ ਹੋਣ ਦੇਣਾ। ਸਿੱਖ ਪੰਜਾਬ ਦੇ ਜੰਗਲਾਂ 'ਚ ਰਹਿੰਦੇ ਆ, ਉਹ ਵੀ ਸਾਡੇ ਤਰ੍ਹਾਂ ਹੀ ਲੜਾਕੇ ਹਨ ਤੇ ਇਸ ਕਰਕੇ ਮਰਹੱਟੇ ਦਿੱਲੀ ਤੋਂ ਅੱਗੇ ਪੰਜਾਬ ਵੱਲ ਨਹੀਂ ਵਧੇ। ਫਿਰ ਚੌਪਈ ਆਗੇ ਗਿਰਜਨ ਤੇ ਵੈ ਪੀ ਡਰੇ ਨਾਲੇ ਉਹ ਅਬਦਾਲੀ ਤੋਂ ਵੀ ਡਰਦੇ ਸੀ। ਅਬਦਾਲੀ ਪੰਜਾਬ ਦਾ ਮਾਲਕ ਬਣ ਬੈਠਾ ਸੀ। ਆਗੇ ਡੇਰੇ ਸੋ ਨਾ ਕਰੇ ਸੋ ਉਹਨਾਂ ਨੇ ਪੰਜਾਬ ਵੱਲ ਦੋ ਕਾਰਨਾਂ ਕਰਕੇ, ਇੱਕ ਤਾਂ ਸਿੱਖਾਂ ਤੋਂ ਡਰਦਿਆਂ ਹੋਇਆਂ ਤੇ ਇੱਕ ਉਹਨਾਂ ਨੇ ਅਬਦਾਲੀ ਤੋਂ ਡਰਦਿਆਂ ਹੋਇਆਂ ਪੰਜਾਬ ਵੱਲ ਰੁਖ ਨਹੀਂ ਕੀਤਾ ਮਰਹੱਟਿਆਂ ਨੇ। ਇਹ ਬਿਦ ਬੀਤਤ ਪਇਓ 100 ਸਾਲ ਇਸ ਤਰ੍ਹਾਂ 1 ਸਾਲ ਦਿੱਲੀ ਦੀ ਉਥਲ ਪੁਥਲ ਵਿੱਚ ਲੰਘ ਗਿਆ। ਦੀਨਾ ਬੇ ਕੋ ਸੁਣੋ ਹਵਾਲ ਉਸ ਵੇਲੇ ਦੀਨਾ ਬੇਗ ਨਾਲ ਜੋ ਬੀਤੀ ਉਹ ਸੁਣੋ ਹੁਣ। ਪਹਾੜਨ ਮੈਂ ਉਨ ਪਾਇਓ ਜਵਾਲ ਜੋ ਦੀਨਾ ਬੇਗ ਕਦੀ ਸਿੱਖਾਂ ਦਾ ਵੈਰੀ ਬਣਿਆ ਹੋਇਆ ਸੀ, ਹੁਣ ਆਪ ਘਰੋਂ ਬੇਘਰ ਹੋ ਕੇ ਧੱਕੇ ਖਾ ਰਿਹਾ ਸੀ ਪਹਾੜਾਂ ਦੇ ਵਿੱਚ। ਰਹਿਓ ਨੈ ਤੋ ਉਸ ਪੱਲੇ ਮਾਲ ਹੁਣ ਉਹਦੇ ਪੱਲੇ ਖਾਣ ਨੂੰ ਰੋਟੀ ਵੀ ਕੋਈ ਨਹੀਂ ਸੀ ਰਹੀ, ਯਾਨੀ ਮਾਲ ਮੱਤਾ ਰਾਜ ਭਾਗ ਜਿਹੜਾ ਸੀ ਦੀਨਾ ਬੇਗ ਦਾ ਉਹ ਖਤਮ ਹੋ ਚੁੱਕਾ ਸੀ। ਮੁਲਕ ਯਾਦ ਕਰ ਹੋ ਕੇ ਭਰੇ ਉਹ ਆਪਣੇ ਰਾਜ ਨੂੰ, ਆਪਣੇ ਮੁਲਕ ਨੂੰ, ਆਪਣੇ ਆਰਾਮ ਦੇ ਦਿਨਾਂ ਨੂੰ ਯਾਦ ਕਰ ਕਰਕੇ ਹੌਕੇ ਭਰਦਾ ਸੀ, ਰੋਂਦਾ ਸੀ ਵੀ ਮੇਰਾ ਰਾਜ ਕਿੱਥੇ ਚਲਾ ਗਿਆ ਹੈ। ਦੀਨਾ ਬੇਗ ਬੜਾ ਹੀ ਤੰਗ ਤੇ ਪਰੇਸ਼ਾਨ ਸੀ। ਬਿਨਾ ਜੋਰ ਕਿਛ ਨਾਈ ਸਰੇ ਬਿਨਾ ਤਾਕਤ ਦੇ ਰਾਜ ਨਹੀਂ ਮਿਲਦਾ, ਬਿਨਾ ਫੌਜ ਦੇ ਕੋਈ ਕੰਮ ਨਹੀਂ ਬਣਦਾ। ਮਾੜੇ ਸ਼ਾਏ ਜਿਮ ਖੇਪਾ ਪਰੇ ਜਿਵੇਂ ਕਹਿੰਦੇ ਮਾੜਾ ਸ਼ਾਹ ਖੇਪਾਂ ਭਰਦਾ, ਪੰਜਾਬੀ ਦੀ ਕਹਾਵਤ ਹੈ। ਕਿਸੇ ਤਗੜੇ ਸ਼ਾਹੂਕਾਰ ਦਾ ਕਾਰੋਬਾਰ ਡਾਊਨ ਹੋ ਜੇ ਤੇ ਉਹ ਆਪਣੇ ਕੋਲ ਖਰੀਦਣ ਤੇ ਵੇਚਣ ਜੋਗਾ ਨਾ ਪੈਸਾ ਹੋਵੇ, ਫਿਰ ਉਹ ਕੀ ਕਰਦਾ, ਉਹ ਦੂਜਿਆਂ ਦਾ ਸਮਾਨ ਲੱਦ ਕੇ ਇੱਧਰ ਕਰਕੇ ਤੇ ਉਹਦੇ ਵਿੱਚੋਂ ਆਪਣੀ ਮਜ਼ਦੂਰੀ ਕੱਢ ਲੈਂਦਾ। ਉਹਨਾਂ ਕੁ ਸਮਝੋ ਹਾਲ ਸੀਗਾ ਦੀਨਾ ਬੇਗ ਦੇ ਕੋਲ, ਖਾਣ ਨੂੰ ਵੀ ਰੋਟੀ ਕੋਈ ਨਹੀਂ ਸੀ। ਬਿਨਾ ਦੇ ਦਾਵ ਕੁਛ ਉਸਨੇ ਸਰੇ ਬਿਨਾ ਰਾਜ ਭਾਗ ਦੇ, ਬਿਨਾ ਤਾਕਤ ਦੇ ਖਰਚਾ ਚਲਾਣਾ ਔਖਾ ਹੋ ਗਿਆ। ਆਪਣੀ ਫੌਜ ਨੂੰ ਵੀ ਰੋਟੀ ਦੇਣੀ ਔਖੀ ਹੋ ਗਈ। ਸੋਵੈ ਗਿਣਤੀ ਦਿਲ ਮੈਂ ਕਰਾਹੀ ਦੀਨਾ ਬੇਗ ਦਿਨ ਰਾਤ ਸੋਚਦਾ ਰਹਿੰਦਾ ਸੀ ਕੋਈ ਦਾ ਲੱਗ ਜਾਵੇ ਮੇਰਾ ਤੇ ਮੈਂ ਕੋਈ ਨਾ ਕੋਈ ਇਲਾਕਾ, ਉਹਦਾ ਇਲਾਕਾ ਸੀ ਜਲੰਧਰ ਦਾ, ਉਹ ਜਲੰਧਰ ਦਾ ਸੂਬੇਦਾਰ ਬਣਨਾ ਚਾਹੁੰਦਾ ਸੀ। ਪਹਿਲਾਂ ਵੀ ਉਹ ਜਲੰਧਰ ਦਾ ਸੂਬੇਦਾਰ ਰਹਿ ਚੁੱਕਾ ਸੀ। ਹਾਂਜੀ, ਉਪਾਉ ਉਸੇ ਕੁਛ ਦਿਸੈ ਨਾਹੀ ਉਹਨੂੰ ਕੋਈ ਉਪਾਅ ਨਹੀਂ ਸੀ ਦਿਸ ਰਿਹਾ ਵੀ ਜਲੰਧਰ ਤੇ ਕਬਜ਼ਾ ਕਿਵੇਂ ਕਰਾਂ। ਫੌਜ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਤੇ ਫੌਜ ਉਹਦੇ ਕੋਲ ਦਿਨੋਂ ਦਿਨ ਘਟਦੀ ਜਾ ਰਹੀ ਸੀ। ਦੋਹਰਾ ਬਹੁਤ ਮਨਸੂਬੇ ਚੱਕ ਰਹਿਓ ਬਣੇ ਨਾ ਕਿਛੂ ਪਾਏ ਦੀਨਾ ਬੇਗ ਬੜੇ ਮਨਸੂਬੇ ਕਰਦਾ ਰਿਹਾ, ਬੜੀਆਂ ਸੋਚਾਂ ਸੋਚਦਾ ਰਿਹਾ, ਪਰ ਵਿਚਾਰੇ ਦਾ ਕਿਤੇ ਹੱਥ ਅੜਿਆ ਨਹੀਂ। ਉਸੇ ਸੇ ਕੇ ਗੱਟੇ ਗੂ ਤੋ ਦਿਨ ਬਿਦ ਦਈ ਬਤਾ ਦੀਨਾ ਬੇਗ ਦਾ ਇੱਕ ਸਿੱਖ ਨਾਲ ਵਾਕਫੀ ਸੀ, ਜਾਂ ਕਹਿ ਲਓ ਉਹਦੇ ਨੇੜੇ ਰਹਿੰਦਾ ਸੀ। ਉਸ ਸਿੱਖ ਨੇ ਉਹਨੂੰ ਦੱਸਿਆ ਚੌਪਈ ਬੜ ਭਾਗ ਸਿੰਘ ਸੋ ਜੋ ਬਣ ਆਵੇ। ਉਹਨੇ ਆਖਿਆ ਦੀਨਾ ਬੇਗ ਨੂੰ ਕਿ ਖਾਨ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਬਾਬਾ ਵਡਭਾਗ ਸਿੰਘ ਸੋਢੀ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਪਰਿਵਾਰ ਵਿੱਚੋਂ ਹੈ। ਉਹ ਜੋ ਬਾਬਾ ਵਡਭਾਗ ਸਿੰਘ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਸਨ। ਬਾਬਾ ਧੀਰਮਲ ਜੀ, ਧੀਰਮਲ ਦੇ ਪੋਤਰੇ ਦਾ ਪੜਪੋਤਰਾ ਸੀ ਬਾਬਾ ਵਡਭਾਗ ਸਿੰਘ, ਯਾਨੀ ਗੁਰੂ ਸਾਹਿਬ ਜੀ ਦੀ ਇਹ 7ਵੀਂ ਪੀੜ੍ਹੀ ਸੀਗੀ, 6ਵੇਂ ਪਾਤਸ਼ਾਹ।
ਬਾਬਾ ਵਡਭਾਗ ਸਿੰਘ ਜਲੰਧਰ ਦੇ ਲਾਗੇ ਗੁਰਦੁਆਰਾ ਕਰਤਾਰਪੁਰ ਹੈ। ਇਹ ਗੁਰੂ ਅਰਜਨ ਦੇਵ ਜੀ ਨੇ ਵਸਾਇਆ। ਛੇਵੇਂ ਪਾਤਸ਼ਾਹ ਵੀ ਉੱਥੇ ਰਹੇ ਤੇ ਗੁਰੂ ਅਰਜਨ ਦੇਵ ਜੀ ਨੇ ਉੱਥੇ ਗੁਰਦੁਆਰਾ ਬਣਾਇਆ ਸੀ। ਉਹਦਾ ਨਾਮ ਸੀ ਥੰਮ ਸਾਹਿਬ। ਥੰਮ ਸਾਹਿਬ ਦਾ ਕਾਰਨ ਇਹ ਦੱਸਦੇ ਆ ਵੀ ਇੱਕ ਟਾਹਲੀ ਦਾ ਥੰਮਲਾ ਗੁਰੂ ਅਰਜਨ ਦੇਵ ਜੀ ਆਪ ਲਿਆ ਕੇ ਉਸ ਗੁਰਦੁਆਰੇ ਵਿੱਚ ਲਾਇਆ ਸੀਗਾ। ਤੇ ਉਹ ਜਿਹੜਾ ਥੰਮ ਸੀ ਉਹਦੇ ਚ ਪਹਿਲਾਂ ਟਾਹਲੀ ਦੇ ਵਿੱਚ ਕੋਈ ਆਤਮਾ ਰਹਿੰਦੀ ਸੀ, ਪ੍ਰੇਤ ਆਤਮਾ ਲਾ ਲਓ ਜਾਂ ਕੋਈ ਐਸੀ ਆਤਮਾ ਰਹਿੰਦੀ ਸੀ ਜਿਹਦੀ ਉਸ ਦੁਆਬੇ 'ਚ ਬੜੀ ਮਾਨਤਾ ਹੁੰਦੀ ਸੀ। ਜਦੋਂ ਸਿੱਖ ਟਾਹਲੀ ਵੱਢਣ ਗਏ ਸਨ ਤਾਂ ਉਹ ਆਤਮਾ ਬੋਲੀ ਕਿ ਤੁਸੀਂ ਮੇਰਾ ਘਰ ਉਜਾੜਨ ਲੱਗੇ ਹੋ, ਮੇਰਾ ਘਰ ਬਰਬਾਦ ਕਰਨ ਲੱਗੇ ਹੋ। ਗੁਰੂ ਤਾਂ ਲੋਕਾਂ ਦਾ ਘਰ ਵਸਾਉਂਦੇ ਨੇ, ਇੱਥੇ ਮੇਰੀ ਪੂਜਾ ਹੁੰਦੀ ਹੈ ਤੇ ਤੁਸੀਂ ਮੇਰਾ ਘਰ, ਮੇਰੀ ਟਾਹਲੀ ਵੱਢ ਕੇ ਲੈ ਜਾਓਗੇ। ਸਿੱਖ ਵਾਪਸ ਆ ਕੇ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਕੋਈ ਰੂਹ ਬੋਲਦੀ ਹੈ ਟਾਹਲੀ ਚੋਂ, ਕਹਿੰਦੀ ਮੇਰਾ ਘਰ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਅਸੀਂ ਆਪ ਚੱਲਦੇ। ਆਪ ਗਏ ਤੇ ਉਹਨੂੰ ਕਹਿਣ ਲੱਗੇ ਭਾਈ ਤੇਰੀ ਕਲਿਆਣ ਹੋ ਜਾਏਗੀ ਤੇ ਤੇਰੀ ਇਹ ਟਾਹਲੀ ਦੀ ਇੱਥੇ ਗੁਰੂ ਘਰ ਦੇ ਵਿੱਚ ਸੇਵਾ ਲੱਗ ਜਾਏਗੀ, ਇਹਦਾ ਥੰਮ ਲੱਗ ਜਾਏਗਾ ਤੇ ਉਸ ਥੰਮ ਨੂੰ ਵੀ ਸੰਗਤਾਂ ਜਾਣਿਆ ਕਰਨਗੀਆਂ ਤੇ ਜਗ੍ਹਾ ਦਾ ਨਾਮ ਹੀ ਥੰਮ ਸਾਹਿਬ ਬਣ ਜਾਏਗਾ। ਪੰਜਵੇਂ ਪਾਤਸ਼ਾਹ ਮਹਾਰਾਜ ਉਹ ਜਿਹੜੀ ਟਾਹਲੀ ਵਡਵਾ ਕੇ ਲਿਆਏ, ਉਹ ਥੰਮ ਲਾਇਆ ਤੇ ਉਹ ਜਗ੍ਹਾ ਦਾ ਨਾਮ ਬਣ ਗਿਆ ਥੰਮ ਸਾਹਿਬ। ਉਸ ਥੰਮ ਦੀ ਬੜੀ ਮਾਨਤਾ ਹੁੰਦੀ ਸੀ। ਮਾਝਾ, ਮਾਲਵਾ, ਦੁਆਬਾ ਸੰਗਤਾਂ ਹੁੰਦੀਆਂ। ਜਦੋਂ ਛੇਵੇਂ ਪਾਤਸ਼ਾਹ ਨੇ ਜੰਗ ਲੜਿਆ ਪੈਂਦੇ ਖਾਂ ਨਾਲ, ਪੈਂਦੇ ਖਾਂ ਨੂੰ ਮਾਰਿਆ ਤੇ ਗੁਰੂ ਸਾਹਿਬ ਕੀਰਤਪੁਰ ਨੂੰ ਚਲੇ ਗਏ। ਛੇਵੇਂ ਪਾਤਸ਼ਾਹ ਬਾਬਾ ਧੀਰਮਲ ਜੀ ਉੱਥੇ ਹੀ ਰਹਿ ਗਏ ਤੇ ਬਾਬਾ ਧੀਰਮਲ ਦਾ ਪਰਿਵਾਰ ਜਿਹੜਾ ਸੀ ਨਾ ਉਹ ਉੱਥੇ ਹੀ ਵਸਿਆ ਕਰਤਾਰਪੁਰ ਦੇ ਵਿੱਚ। ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਜਿਹੜੀ ਆਦ ਬੀੜ ਭਾਈ ਗੁਰਦਾਸ ਜੀ ਦੀ ਲਿਖੀ ਅਜੇ ਤੱਕ ਉਹਨਾਂ ਦੇ ਪਰਿਵਾਰ ਕੋਲ ਹੀ ਹੈ। ਬਾਬਾ ਧੀਰਮਲ ਜੀ ਦੇ ਪੋਤਰੇ ਦੇ ਅੱਗੋਂ ਪੋਤਰੇ ਸਨ ਬਾਬਾ ਵਡਭਾਗ ਸਿੰਘ ਜੀ। ਸੋਢੀ ਵਡਭਾਗ ਰਾਏ ਪਹਿਲਾ ਨਾਮ ਸੀਗਾ। ਇਹਨਾਂ ਨੇ ਉਸ ਗੁਰਦੁਆਰੇ ਦੀ ਸੇਵਾ ਤਾਂ ਕਰਨੀ ਸੀ, ਥੰਮ ਸਾਹਿਬ ਦੀ। ਬੀੜ ਵੀ ਨਾ ਕੋਲ ਸੀ। ਗੰਗਸਰ ਖੂਹ ਹੈ ਉੱਥੇ ਇੱਕ ਗੁਰੂ ਸਾਹਿਬ ਦਾ ਲਵਾਇਆ, ਉਹਦੀ ਵੀ ਸੇਵਾ। ਪਿੰਡ ਦੇ ਰਾਜੇ ਸਨ ਤੇ ਉਸ ਵੇਲੇ ਜਲੰਧਰ ਦਾ ਸੂਬੇਦਾਰ ਸੀ ਨਾਸਰ ਅਲੀ। ਨਾਸਰ ਅਲੀ ਦੀ ਬਾਬੇ ਵਡਭਾਗ ਸਿੰਘ ਨਾਲ ਵਿਗੜ ਗਈ। ਉਹਨੇ ਹਮਲਾ ਕੀਤਾ, ਕਰਤਾਰਪੁਰ ਸਾਹਿਬ ਲੁੱਟ ਲਿਆ। ਬਾਬੇ ਵਡਭਾਗ ਸਿੰਘ ਜੀ ਨੂੰ ਬੜੇ ਭਾਰੀ ਦੁੱਖ ਦਿੱਤੇ। ਗੁਰਦੁਆਰਾ ਥੰਮ ਸਾਹਿਬ ਜਿਹੜਾ ਉਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਟਾਹਲੀ ਦਾ ਜਿਹੜਾ ਥੰਮ ਜਿਹਦੀ ਮਾਨਤਾ ਹੁੰਦੀ ਸੀ, ਨਾਸਰ ਅਲੀ ਜਲੰਧਰ ਦੇ ਸੂਬੇਦਾਰ ਨੇ ਅੱਗ ਲਾ ਕੇ ਸਾੜ ਦਿੱਤਾ ਵੀ ਇਹਦੀ ਮਾਨਤਾ ਹੁੰਦੀ ਖਤਮ ਕਰ ਦੇ। ਉਹ ਥੰਮ ਸੜ ਗਿਆ ਜਿਹੜਾ ਅਸਲ ਥੰਮ ਜਿਹਦੇ ਕਰਕੇ ਗੁਰਦੁਆਰੇ ਦਾ ਨਾਮ ਥੰਮ ਸਾਹਿਬ ਹੈ, ਉਹ ਥੰਮ ਨਾਸਰ ਅਲੀ ਨੇ ਸਾੜ ਦਿੱਤਾ। ਜਦੋਂ ਉਹ ਟਾਹਲੀ ਦਾ ਥੰਮ ਸੜ ਗਿਆ ਤੇ ਬਾਬਾ ਵਡਭਾਗ ਸਿੰਘ ਜੀ ਦੇ ਪਰਿਵਾਰ ਦੇ ਵੀ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਉਹਨਾਂ ਦੀਆਂ ਬੀਬੀਆਂ ਭੈਣਾਂ ਵੀ ਬਹੁਤ ਸਾਰੀਆਂ ਲੜਾਈ 'ਚ ਮਾਰੀਆਂ ਗਈਆਂ ਤੇ ਗੁਰਦੁਆਰੇ ਥੰਮ ਸਾਹਿਬ ਦੇ ਅੰਦਰ ਉਸ ਪਾਪੀ ਨਾਸਰ ਅਲੀ ਨੇ ਗਊਆਂ ਦਾ ਵਧ ਕੀਤਾ, ਗਊਆਂ ਦੀ ਹੱਤਿਆ ਕੀਤੀ, ਗਊਆਂ ਮਾਰ ਕੇ ਉਹਦਾ ਖੂਨ ਡੋਲਿਆ ਗੁਰਦੁਆਰੇ ਦੇ ਵਿੱਚ। ਗੁਰਦੁਆਰਾ ਕਰਤਾਰਪੁਰ ਜੋ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਸੀ, ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ। ਬਾਬਾ ਵਡਭਾਗ ਸਿੰਘ ਉਦੋਂ ਕਰਤਾਰਪੁਰ ਛੱਡ ਕੇ ਪਹਾੜਾਂ ਨੂੰ ਚਲੇ ਗਏ, ਜਿੱਥੇ ਅੱਜ ਕੱਲ੍ਹ ਉਹਨਾਂ ਦਾ ਗੁਰਦੁਆਰਾ ਹੈ ਨਾ, ਪੂਨੇ ਸਾਹਿਬ ਤੋਂ ਵੀ ਅੱਗੇ। ਮੈਂ ਤਾਂ ਗਿਆ ਨਹੀਂ ਉੱਥੇ, ਅਨੰਦਪੁਰ ਸਾਹਿਬ ਤੋਂ ਕਾਫੀ ਅੱਗੇ ਹੈ ਪਹਾੜਾਂ ਵਿੱਚ। ਉਹਨੂੰ ਧੌਲੀ ਧਾਰ ਕਹਿੰਦੇ, ਡੇਰਾ ਬਾਬਾ ਵਡਭਾਗ ਸਿੰਘ। ਉੱਥੇ ਜਾ ਕੇ ਬਾਬਾ ਵਡਭਾਗ ਸਿੰਘ ਜੀ ਰਹੇ ਤੇ ਦੀਨਾ ਬੇਗ ਨੂੰ ਉਹ ਸਿੰਘ ਦੱਸ ਰਿਹਾ ਹੈ ਕਿ ਜੇ ਖਾਨ ਸਾਹਿਬ ਤੁਸੀਂ ਕੰਮ ਬਣਾਉਣਾ ਹੈ ਨਾ ਤਾਂ ਵਡਭਾਗ ਸਿੰਘ ਸੋਢੀ ਨਾਲ ਤੁਸੀਂ ਸਲਾਹ ਕਰ ਲਓ। ਉਹ ਵੀ ਨਾਸਰ ਅਲੀ ਦਾ ਵੈਰੀ ਹੈ। ਕਹਿੰਦੇ ਵੀ ਦੁਸ਼ਮਣ ਦਾ ਦੁਸ਼ਮਣ ਦੋਸਤ ਹੋਇਆ ਕਰਦਾ ਹੈ, ਵੀ ਜੇ ਤੁਸੀਂ ਵਡਭਾਗ ਸਿੰਘ ਨੂੰ ਆਪਣੇ ਨਾਲ ਲਾ ਲਓ ਤੇ ਵਡਭਾਗ ਸਿੰਘ ਦੇ ਆਖੇ ਖਾਲਸਾ ਪੰਥ ਆ ਜਾਏਗਾ ਤੇ ਫੇਰ ਤੁਹਾਡਾ ਮੋਰਚਾ ਜਿਹੜਾ ਨਾ ਜਲੰਧਰ ਵਾਲਾ ਉਹ ਫਤਿਹ ਹੋ ਜਾਏਗਾ। ਹਾਂਜੀ, ਸਿੰਘ ਲਾਗ ਸੋ ਤੁਰਤ ਮੰਗਾਵੇਂ। ਬਾਬੇ ਵਡਭਾਗ ਸਿੰਘ ਨੇ ਪਹਿਲਾ ਨਾਮ ਸੀ ਵਡਭਾਗ ਰਾਏ
ਵਡਭਾਗ ਸਿੰਘ ਦਾ ਦਾਦਾ 10ਵੇਂ ਪਾਤਸ਼ਾਹ ਜੀ ਨੂੰ ਮਿਲਿਆ ਸੀਗਾ ਤੇ ਉਹਨੇ ਆਖਿਆ ਸੀ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਹੁਣ ਆਪਣੇ ਨਾਲ ਰਲਾ ਲਓ। ਤੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਤੁਹਾਡਾ ਪੋਤਰਾ ਜਿਹੜਾ ਹੋਏਗਾ ਉਹ ਪੰਥ ਨਾਲ ਰਲੇਗਾ। ਸੋ ਬਾਬਾ ਵਡਭਾਗ ਰਾਏ ਜੀ ਖਾਲਸੇ ਨੂੰ ਬੇਨਤੀ ਕੀਤੀ ਕਿ ਸਿੰਘੋ ਤੁਸੀਂ ਸਾਨੂੰ ਆਪਣੇ ਚ ਰਲਾ ਲਓ, ਅਸੀਂ ਤੁਹਾਡੇ ਨਾਲ ਰਲਣ ਨੂੰ ਤਿਆਰ ਹਾਂ, ਤੁਸੀਂ ਸਾਨੂੰ ਪ੍ਰਸ਼ਾਦੇ ਦੀ ਸੇਵਾ ਪ੍ਰਵਾਨ ਕਰੋ, ਲੰਗਰ ਛਕੋ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੇ ਕਿਹਾ ਕਿ ਸੋਢੀ ਸਾਹਿਬ ਜੇ ਤੁਸੀਂ ਵੀ ਖੰਡੇ ਦਾ ਅੰਮ੍ਰਿਤ ਛਕ ਲਓ, ਪੰਥ ਵਿੱਚ ਰਲ ਜਾਓ, ਤੇ ਅਸੀਂ ਤੁਹਾਨੂੰ ਆਪਣੇ ਨਾਲ ਰਲਾਉਣ ਲਈ ਰਾਜੀ ਹਾਂ। ਵਡਭਾਗ ਸਿੰਘ, ਪਹਿਲਾ ਨਾਮ ਵਡਭਾਗ ਰਾਏ, ਮੰਨ ਗਿਆ। ਵਡਭਾਗ ਰਾਏ ਨੇ ਬਾਬਾ ਜੀ ਕੋਲੋਂ, ਬਾਬਾ ਜੱਸਾ ਸਿੰਘ ਜੀ ਦੇ ਕੋਲੋਂ ਖੰਡੇ ਦਾ ਅੰਮ੍ਰਿਤ ਛਕਿਆ, ਨਾਮ ਰੱਖਿਆ ਵਡਭਾਗ ਸਿੰਘ। ਪੰਜਾਬ ਸਿੰਘ, ਗੁਲਾਬ ਸਿੰਘ, 4 ਭਰਾ ਸਨ, ਚਾਰੇ ਹੀ ਸਿੰਘ ਸੱਜ ਗਏ। ਹੁਣ ਉਹ ਕਹਿ ਰਿਹਾ ਵੀ ਸਿੰਘ ਜਿਹੜੇ ਨੇ ਉਹ ਵਡਭਾਗ ਸਿੰਘ ਦੀ ਮਦਦ ਕਰਨਗੇ, ਕਿਉਂਕਿ ਵਡਭਾਗ ਸਿੰਘ ਸਿੱਖਾਂ ਨਾਲ ਰਲ ਗਿਆ ਹੈ। ਜਬੈ ਨਬਾਵ ਸੋ ਐਸੀ ਸੁਣੀ। ਜਦੋਂ ਦੀਨਾ ਬੇਗ ਨੂੰ ਇਹ ਪਤਾ ਲੱਗਾ ਵੀ ਵਡਭਾਗ ਸਿੰਘ ਸਿੱਖਾਂ ਦੇ ਰਾਹੀਂ ਮੇਰੀ ਮਦਦ ਕਰ ਸਕਦਾ ਹੈ, ਉਸ ਕੋ ਲੋੜ ਪਈ ਚੌਗੁਣੀ। ਉਹਦੇ ਮਨ ਵਿੱਚ ਇਹ ਗੱਲ ਹੋਰ ਚੌਗਣੀ ਉਤਸ਼ਾਹ ਵਾਲੀ ਬਣ ਗਈ ਵੀ ਇਹ ਤਾਂ ਕੰਮ ਬਣਿਆ ਬਣਾਇਆ। ਜੇ ਆਪਾਂ ਸਿੰਘਾਂ ਨੂੰ ਨਾਲ ਲਾ ਲਈਏ, ਵਡਭਾਗ ਸਿੰਘ ਨੂੰ ਨਾਲ ਲਾ ਲਈਏ, ਤੇ ਫਿਰ ਜਲੰਧਰ ਸਮਝੋ ਮਾਰਿਆ ਹੀ ਮਾਰਿਆ। ਫਿਰ ਸਿੰਘਨ ਪਰ ਬਾਤ ਹੋਇ ਆਈ। ਹੁਣ ਸਿੰਘਾਂ ਤੇ ਗੱਲ ਆ ਗਈ ਵੀ ਸਿੰਘ ਹੀ ਇਹ ਮੋਰਚਾ ਫਤਿਹ ਕਰਕੇ ਦੇਣਗੇ। ਸੁਣੋ ਸਿੱਖ ਤੁਮ ਗੁਰਮੁਖ ਪਾਈ। ਭਾਈ ਰਤਨ ਸਿੰਘ ਜੀ ਕਹਿੰਦੇ, ਸੁਣੋ ਖਾਲਸਾ ਜੀ ਹੁਣ ਅੱਗੇ ਕੀ ਹੋਇਆ। ਵਡਭਾਗ ਸਿੰਘ ਪਰਬਤ ਮੈਂ ਰਹਿਓ। ਬਾਬਾ ਵਡਭਾਗ ਸਿੰਘ ਦਾ ਘਰ-ਬਾਰ ਉਜੜ ਚੁੱਕਾ ਸੀਗਾ, ਉਹਦੇ ਪਰਿਵਾਰ ਦੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ, ਔਰ ਵਡਭਾਗ ਸਿੰਘ ਦੇ ਕੋਲੋਂ ਗੁਰਦੁਆਰਾ ਕਰਤਾਰਪੁਰ ਦੀ ਧਰਤੀ ਖੋਹ ਲਈ ਸੀ ਨਾਸਰ ਅਲੀ ਨੇ। ਇਸ ਕਰਕੇ ਉਹ ਪਹਾੜਾਂ ਦੇ ਵਿੱਚ, ਜਿੱਥੇ ਧੌਲੀ ਧਾਰ ਹੈ, ਉੱਥੇ ਪਹਾੜ ਦੇ ਇਲਾਕੇ ਵਿੱਚ ਰਹਿੰਦਾ ਸੀ। ਕਰਤਾਰਪੁਰੇ ਜਬ ਕਤਲੋ ਪਇਓ। ਜਦੋਂ ਨਾਸਰ ਅਲੀ ਨੇ ਕਰਤਾਰਪੁਰ ਸਾਹਿਬ ਕਤਲੇਆਮ ਕੀਤੀ ਸੀ, ਬਹੁਤ ਗਰੀਬ ਸਿੱਖ ਮਾਰੇ, ਪਰਿਵਾਰਾਂ ਦੇ ਪਰਿਵਾਰ ਹੀ ਕਤਲ ਕਰ ਦਿੱਤੇ ਸਨ। ਸੋਪੀ ਹਾਥ ਕਟੇ ਕਟ ਖਾਏ। ਵਿਚਾਰਾ ਵਡਭਾਗ ਸਿੰਘ ਵੀ ਉਦੋਂ ਮੁਸੀਬਤ ਦੇ ਵਿੱਚ ਸਾਰਾ ਕੁਝ ਗਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹ ਜਿਹੜੀ ਆਦ ਬੀੜ ਹੈ ਉਹ ਲੈ ਕੇ ਭੱਜਿਆ ਸੀ ਬੜੀ ਮੁਸ਼ਕਲ ਨਾਲ। ਉਹ ਧੌਲੀ ਧਾਰ ਉਹਨੇ ਰੱਖੀ ਸੀ ਤੇ ਬਹੁਤ ਔਖਾ ਸਮਾਂ ਕੱਟਿਆ ਸੀ। ਉਹ ਵੀ ਕਹਿੰਦੇ ਵੀ ਹੱਥਾਂ ਤੇ ਚੱਕ ਮਾਰਦਾ ਸੀ ਵੀ ਕਿਹੜਾ ਟਾਈਮ ਆਵੇ ਤੇ ਮੈਂ ਨਾਸਰ ਅਲੀ ਕੋਲੋਂ ਬਦਲਾ ਲਵਾਂ। ਔਰ ਕਿਛ ਤਿਸ ਲਗੇ ਨਾ ਦਾਏ। ਪਰ ਵਡਭਾਗ ਸਿੰਘ ਦਾ ਵੀ ਕੋਈ ਦਾਅ ਨਹੀਂ ਸੀ ਲੱਗ ਰਿਹਾ, ਕਿਉਂਕਿ ਤੁਰਕਾਂ ਦਾ ਜ਼ੋਰ ਬੜਾ ਸੀ। ਪਠਾਨ ਜੋ ਗੜੀ ਜਲੰਧਰ ਵਾਰੇ। ਜਿਹੜੇ ਪਠਾਨ ਸਨ ਜਲੰਧਰ ਦੇ ਵਿੱਚ ਨਾਸਰ ਅਲੀ ਦੇ ਵਿੱਚ ਨਾਲ ਦੇ, ਜਬ ਲਗ ਸਕੋ ਨਾ ਉਸਕੋ ਮਾਰੇ। ਉਹਨਾਂ ਬਾਰੇ ਵਡਭਾਗ ਸਿੰਘ ਰੋਜ਼ ਅਰਦਾਸਾਂ ਕਰਦਾ ਸੀ ਕਿ ਮੈਂ ਇਹਨਾਂ ਨੂੰ ਖਤਮ ਕਰਨਾ, ਜਿੰਨਾ ਚਿਰ ਮੈਂ ਜਲੰਧਰ ਦੇ ਵਿੱਚ ਨਾਸਰ ਅਲੀ ਨੂੰ ਕਤਲ ਨਹੀਂ ਕਰਾਂਗਾ ਮੈਨੂੰ ਚੈਨ ਨਹੀਂ ਆਵੇਗੀ। ਪਠਾਨ ਜੋ ਗੜੀ ਜਲੰਧਰ ਵਾਰੇ। ਜੋ ਜਲੰਧਰ ਦੇ ਪਠਾਨ ਸਨ, ਜਬ ਲਗ ਸਕੋ ਨਾ ਉਸਕੋ ਮਾਰੇ। ਜਿੰਨਾ ਚਿਰ ਮੈਂ ਉਹਨਾਂ ਨੂੰ ਮਾਰ ਨਹੀਂ ਲੈਂਦਾ। ਥਮ ਗੁਰੂ ਕੋ ਦੀਨੋ ਭੂਕ। ਜਿਨ੍ਹਾਂ ਨੇ ਸਾਡੇ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਥੰਮ ਸਾੜਿਆ। ਸਾਧ ਸੰਗਤ ਜੀ ਭਾਵੇਂ ਧੀਰ ਮੱਲੀਏ ਸਨ, ਪਰ ਵੱਡਿਆਂ ਗੁਰੂਆਂ ਦਾ ਤਾਂ ਸਤਿਕਾਰ ਕਰਦੇ ਹੀ ਸਨ। ਜੋ ਪਰਿਵਾਰ ਸੀ ਨਾ ਉਹਨਾਂ ਦਾ ਹੀ ਸੀਗਾ। ਪਰਿਵਾਰ ਵਿੱਚ ਆਪਸੀ ਮਤਭੇਦ ਹੋ ਜਾਇਆ ਕਰਦੇ ਆ, ਪਰ ਆਪਣੇ ਬਜ਼ੁਰਗਾਂ ਨੂੰ ਕੋਈ ਨਹੀਂ ਭੁੱਲਿਆ ਕਰਦਾ। ਅਜੇ ਵੀ ਉਹਨਾਂ ਦਾ ਜੋ ਗੁਰਦੁਆਰਾ ਹੈ ਕਰਤਾਰਪੁਰ ਦੇ ਵਿੱਚ, ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪ੍ਰਕਾਸ਼ ਵੀ ਕਰਦੇ ਆ, ਤੇ ਵੱਡੇ ਗੁਰੂਆਂ ਦਾ ਸਾਰਿਆਂ ਦਾ ਨਾਂ ਦਾ ਅਰਦਾਸਾ ਵੀ ਹੁਣ 10ਵੇਂ ਪਾਤਸ਼ਾਹ ਤੱਕ ਕਰਦੇ ਆ, ਜਿਨ੍ਹਾਂ ਨੂੰ ਅਸੀਂ ਵਡਭਾਗ ਸਿੰਘ ਹੀ ਇਹ ਕਹਿ ਦਿੰਦੇ ਆ। ਉਹ ਜਿਹੜੇ ਹਨ ਬਾਬੇ ਵਡਭਾਗ ਸਿੰਘ ਵਾਲੇ, ਉਹ ਸਾਰੇ ਸੋਚਾਂ 'ਚ ਪਏ ਹੋਏ ਸਨ ਵੀ ਅਸੀਂ ਨਾਸਰ ਅਲੀ ਤੋਂ ਮਾਰ ਕੇ ਗੁਰੂ ਅਰਜਨ ਦੇਵ ਜੀ ਦੇ ਸਥਾਨ ਦਾ ਬਦਲਾ ਲਈਏ। ਵਡਭਾਗ ਸਿੰਘ ਦਿੱਲੀਓਂ ਉੱਠੇ ਕੂਕ। ਦਿਲ ਵਿੱਚੋਂ ਵਡਭਾਗ ਸਿੰਘ ਦੇ ਦਿਲੋਂ ਕੂਕ ਉੱਠਦੀ ਸੀਗੀ ਵੀ ਮੈਂ ਨਾਸਰ ਅਲੀ ਨੂੰ ਕਿਵੇਂ ਮਾਰਾਂਗਾ। ਸਿਰ ਤੇ ਪੱਗ ਸੋ ਦੀਨੀ ਡਾਰ। ਉਹਨੇ ਸਮਝੋ ਇੱਕ ਵਾਰੀ ਆਪਣੇ ਸਿਰੋਂ ਪੱਗ ਲਾ ਕੇ ਰੱਖੀ ਹੋਈ ਸੀ ਵੀ ਪੱਗ ਉਸੇ ਦਿਨ ਹੀ ਬੰਨਾਂਗਾ, ਉਸੇ ਦਿਨ ਹੀ, ਯਾਨੀ ਕਸਮ ਪਾਈ ਹੋਈ ਸੀ। ਕਹਿਣ ਦਾ ਮਤਲਬ ਇਹ ਹੈ
ਵੀ ਉਸੇ ਦਿਨ ਹੀ ਮੇਰੀ ਪੱਗ ਸਿਰ ਤੇ ਟਿਕੇਗੀ ਜਿਸ ਦਿਨ ਮੈਂ ਬਦਲਾ ਲਵਾਂਗਾ ਕਰਤਾਰਪੁਰ ਸਾਹਿਬ ਜੀ ਦਾ। ਬੰਨੋ ਜਲੰਧਰ ਕੋ ਮੈਂ ਮਾਰ, ਮੈਂ ਜਲੰਧਰ ਫਤਿਹ ਕਰਕੇ ਜਲੰਧਰ ਕਤਲ ਕਰਕੇ ਫੇਰ ਪੱਗ ਬੰਨਾਂਗਾ। ਦੋਹਰਾ ਦੋਨੋਂ ਦੁਖੀਏ ਅਤ ਦਿਲੇ, ਮਿਲ ਦੋਵੇਂ ਚਾਹੇ ਕਾਮ। ਉਧਰੋਂ ਦੀਨਾ ਬੇਗ ਦੁਖੀ ਸੀਗਾ ਵੀ ਮੇਰੇ ਤਾਂ ਜਲੰਧਰ ਦਾ ਰਾਜ ਖੁੱਸਿਆ ਹੋਇਆ। ਇਧਰੋਂ ਵਡਭਾਗ ਸਿੰਘ ਦੁਖੀ ਸੀ ਵੀ ਮੇਰਾ ਜਲੰਧਰ ਵਾਲਿਆਂ ਨੇ ਨੁਕਸਾਨ ਬੜਾ ਕੀਤਾ ਹੋਇਆ। ਇਸ ਗੱਲ ਦਾ ਇਹ ਦੋਵਾਂ ਦੁਖੀਆਂ ਦਾ ਦੁੱਖ ਇਕੱਠਾ ਹੋ ਗਿਆ। ਤਿਸੈ ਸਮੈ ਤਿਮ ਆ ਪੂਜਾ, ਸਗਰੀ ਮਿਲੇ ਜਿਮ ਰਾਮ। ਉਹ ਗੱਲ ਬਣ ਗਈ ਵੀ ਇੱਕ ਪਾਸੇ ਰਾਮਚੰਦਰ ਦੁਖੀ ਸੀ, ਦੂਜੇ ਪਾਸੇ ਸੁਗਰੀਵ ਦੁਖੀ ਸੀ। ਰਾਮਚੰਦਰ ਦੀ ਘਰਵਾਲੀ ਨੂੰ ਰਾਵਣ ਚੁੱਕ ਕੇ ਲੈ ਗਿਆ ਸੀ, ਸੁਗਰੀਵ ਦੀ ਘਰਵਾਲੀ ਨੂੰ ਉਹਦੇ ਭਰਾ ਨੇ ਬਾਲੀ ਨੇ ਚੁੱਕਿਆ ਹੋਇਆ ਸੀ। ਦੋਵੇਂ ਦੁਖੀ ਸੀ, ਦੋਵੇਂ ਦੁਖੀ ਰਲ ਗਏ। ਪਹਿਲਾਂ ਬਾਲੀ ਮਾਰਿਆ ਫਿਰ ਰਾਵਣ ਮਾਰ ਲਿਆ। ਹੁਣ ਗੱਲ ਇਹ ਵਡਭਾਗ ਸਿੰਘ ਦੀ ਤੇ ਦੀਨਾ ਬੇਗ ਦੀ ਇਉਂ ਬਣ ਗਈ। ਹਾਂਜੀ, ਚੌਪਈ ਰਾਜਪੁਰੇ ਰਹਿ ਦੀਨਾ ਬੇਗ। ਉਹ ਪਹਾੜਾਂ ਵਿੱਚ ਜਿਹੜਾ ਰਾਜਪੁਰਾ ਹੈ ਉਧਰ ਦੀਨਾ ਬੇਗ ਵੀ ਰਹਿੰਦਾ ਸੀ। ਗੁਰ ਕੀ ਚਲੈ ਕੁਲਾਹਲ ਦੇਗ। ਔਰ ਇਧਰ ਬਾਬੇ ਵਡਭਾਗ ਸਿੰਘ ਦਾ ਉਧਰ ਪਹਾੜਾਂ ਵਿੱਚ ਬੜਾ ਜਸ ਸੀਗਾ, ਕਿਉਂਕਿ ਬਾਬੇ ਵਡਭਾਗ ਸਿੰਘ ਕੋਲ ਵਿਦਿਆ ਉਹ ਸੀ ਜਿਹੜੀ ਸਾਰੇ ਹੀ ਪਿੱਛੇ ਲੱਗ ਜਾਂਦੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਵਿਦਿਆ ਕਿਹੜੀ ਹੈ ਖਾਲਸਾ ਜੀ? ਉਹ ਹੈ ਭੂਤ ਵਿਦਿਆ। ਜਿਹੜਾ ਭੂਤ ਵਿਦਿਆ ਦਿਖਾਵੇ ਉਹਦੇ ਮਗਰ ਭੀੜ ਜ਼ਿਆਦਾ ਹੁੰਦੀ ਹੈ। ਉਦਾਂ ਗੁਰਦੁਆਰਿਆਂ 'ਚ ਕੀਰਤਨ ਕਥਾ ਜਿੰਨਾ ਮਰਜ਼ੀ ਕਰੇ ਜੇ ਕੋਈ ਨਹੀਂ ਆਉਂਦਾ, ਤੇ ਜੇ ਕੋਈ ਭੂਤ ਵਿਦਿਆ ਸਿੱਖ ਜਾਵੇ ਤੇ ਫਿਰ ਲੈਣਾ ਲੱਗ ਜਾਂਦੀਆਂ, ਫਿਰ ਕੋਈ ਟਿਕਾਣਾ ਨਹੀਂ ਹੁੰਦਾ, ਤਾਂ ਪੈਰ ਧਰਨ ਨੂੰ ਥਾਂ ਨਹੀਂ ਰਹਿੰਦੀ। ਸੋ ਇਹ ਭੂਤ ਵਿਦਿਆ ਵਡਭਾਗ ਸਿੰਘ ਨੂੰ ਆਉਂਦੀ ਸੀਗੀ, ਲੋਕਾਂ ਦੇ ਭੂਤ ਪ੍ਰੇਤ ਕੱਢਣੇ। ਇਹ ਬੈਠਾ ਸੀ ਪਹਾੜ ਦੇ ਵਿੱਚ, ਧੌਲੀ ਧਾਰ ਹੈ ਉੱਥੇ ਲੋਕਾਂ ਦੇ ਭੂਤ ਕੱਢਣ ਕਰਕੇ ਪਹਾੜ ਦੀ ਦੁਨੀਆ ਬੜੀ ਮੰਨਦੀ ਸੀ। ਪਹਾੜੀਏ ਬੜੇ ਆ ਕੇ ਲੰਗਰ ਲਾਉਂਦੇ ਸਨ। ਹੁਣ ਵੀ ਬੜਾ ਉੱਥੇ ਜਦੋਂ ਹੋਲਾ ਮਹੱਲਾ ਹੁੰਦਾ ਨਾ, ਜਿੰਨਾ ਮੇਰਾ ਖਿਆਲ ਅਨੰਦਪੁਰ ਸਾਹਿਬ ਲੋਕ ਜਾਂਦੇ, ਇੰਨੇ ਟਰੱਕਾਂ ਦੇ ਉਧਰ ਤੁਰੇ ਹੁੰਦੇ ਆ ਪਰਾਂ ਵਡਭਾਗ ਸਿੰਘ ਦੇ ਡੇਰੇ ਨੂੰ, ਸਾਰੇ ਭੂਤ ਕਢਾਣ ਹੀ ਜਾਂਦੇ ਆ। ਸੋ ਉੱਥੇ ਬਾਬੇ ਵਡਭਾਗ ਸਿੰਘ ਦਾ ਲੋਹ ਲੰਗਰ ਚੰਗਾ ਚੱਲ ਰਿਹਾ ਸੀ। ਦੋ ਦੁਖੀਏ ਦੁੱਖ ਕੇ ਪਰੇ, ਦੋਵੇਂ ਦੁਖੀਏ ਦੁੱਖ ਦੇ ਭਰੇ। ਦੀਨਾ ਬੇਗ ਨੂੰ ਦੁੱਖ ਜਲੰਧਰ ਦੀ ਸੂਬੇਦਾਰੀ ਦਾ, ਵਡਭਾਗ ਸਿੰਘ ਨੂੰ ਥੰਮ ਸਾਹਿਬ ਦੇ ਸੜਨ ਦਾ। ਦੋਵੇਂ ਹੀ ਦੁਖੀ ਸਨ। ਦੇਖੈ ਸੋ ਕੋ ਹੋਏ ਹੋਏ ਖਰੇ। ਇਹ ਉਡੀਕ ਰਹੇ ਸਨ ਵੀ ਕਦੋਂ ਸਾਨੂੰ ਸਾਡੇ ਲਕਸ਼ ਦੀ ਪ੍ਰਾਪਤੀ ਹੁੰਦੀ ਹੈ। ਵਡਭਾਗ ਸਿੰਘ ਸੋਚਦਾ ਸੀ ਵੀ ਮੈਂ ਨਾਸਰ ਅਲੀ ਨੂੰ ਮਾਰ ਕੇ ਬਦਲਾ ਲੈਣਾ, ਤੇ ਦੀਨਾ ਬੇਗ ਸੋਚਦਾ ਸੀ ਜਲੰਧਰ ਦੀ ਸੂਬੇਦਾਰੀ ਲੈਣੀ ਹੈ। ਹਾਂਜੀ, ਸੂਬੇਦਾਰੀ ਦੁੱਖ ਦੀਨਾ ਬੇਗ। ਸੂਬੇਦਾਰੀ ਦਾ ਦੁੱਖ ਤੇ ਦੀਨਾ ਬੇਗ ਨੂੰ ਸੀ। ਵਡਭਾਗ ਸਿੰਘ ਦੁੱਖ ਥੰਮ ਸੜੇਗ। ਤੇ ਵਡਭਾਗ ਸਿੰਘ ਨੂੰ ਥੰਮ ਸਾਹਿਬ ਦੇ ਸੜਨ ਦਾ ਦੁੱਖ ਸੀ। ਦੀਨਾ ਬੇਗੋ ਗਇਓ ਵਕੀਲ। ਦੀਨਾ ਬੇਗ ਦਾ ਵਕੀਲ ਬਾਬੇ ਵਡਭਾਗ ਸਿੰਘ ਕੋਲ ਪਹਾੜਾਂ ਵਿੱਚ ਪਹੁੰਚਿਆ। ਗੁਰੂ ਮਿਲਨ ਕਛ ਕਰੀ ਨਾ ਢੀਲ। ਅੱਗੇ ਬਾਬੇ ਵਡਭਾਗ ਸਿੰਘ ਹੋਰਾਂ ਨੇ ਵੀ ਮਿਲਣ ਦੀ ਦੇਰੀ ਨਹੀਂ ਕੀਤੀ, ਉਹ ਵੀ ਉਡੀਕ ਰਿਹਾ ਸੀ ਕੋਈ ਆਵੇ। ਦੋਵੇਂ ਇਕੱਠੇ ਹੋਣ ਨੂੰ ਰਾਜੀ ਹੋ ਗਏ। ਦੋਨੋਂ ਮਿਲਨੇ ਬਾਤ ਠਹਿਰਾਈ। ਦੋਵਾਂ ਨੇ ਬਾਬੇ ਵਡਭਾਗ ਸਿੰਘ ਨੇ ਤੇ ਦੀਨਾ ਬੇਗ ਨੇ ਆਪਸ ਵਿੱਚ ਮਤਾ ਕੀਤਾ। ਅੱਧ ਵਿਚਾਲੇ ਜਗਾ ਠਾਈ। ਬਈ ਆਪਾਂ ਇਕੱਠੇ ਹੋਈਏ, ਅੱਧ ਵਿਚਾਲੇ ਤੂੰ ਉਧਰੋਂ ਆ ਜੀ ਤੇ ਮੈਂ ਇਧਰੋਂ ਆ ਜਾਵਾਂਗਾ, ਤੇ ਆਪਾਂ ਕਿਸੇ ਗੁਪਤ ਥਾਂ ਤੇ ਮੀਟਿੰਗ ਕਰਾਂਗੇ। ਵਡਭਾਗ ਸਿੰਘ ਆ ਪਹਿਲਾ ਖੜਾਇਆ। ਜਿਹੜੀ ਥਾਂ ਤੇ ਜੰਗਲ ਦੇ ਵਿੱਚ ਮੀਟਿੰਗ ਦੀ ਥਾਂ ਨਿਯਤ ਹੋਈ ਸੀ, ਵਡਭਾਗ ਸਿੰਘ ਪਹਿਲਾਂ ਆ ਕੇ ਖਲੋ ਗਿਆ ਵੀ ਕੰਮ ਕਰੀਏ ਛੇਤੀ। ਹੁਣ ਤੁਰਤ ਨਵਾਬ ਤਾਂ ਚਲੇ ਆਇਆ। ਨਵਾਬ ਦੀਨਾ ਬੇਗ ਵੀ ਉੱਥੇ ਫਟਾਫਟ ਪਹੁੰਚ ਗਿਆ। ਦੋਨੋਂ ਉੱਤਰ ਇੱਕ ਜਾਂ ਆਏ। ਦੋਵੇਂ ਘੋੜਿਆਂ ਤੋਂ ਉਤਰ ਕੇ ਇੱਕ ਥਾਂ ਤੇ ਇਕੱਠੇ ਹੋਏ। ਹਾਥਨ ਮੈਂ ਹੱਥ ਗੁਰੂ ਦਬਾਏ। ਬਾਬੇ ਵਡਭਾਗ ਸਿੰਘ ਨੂੰ ਦੀਨਾ ਬੇਗ ਨੇ ਮੱਥਾ ਟੇਕਿਆ ਵੀ ਤੁਸੀਂ ਗੁਰੂ ਹੋ, ਤੇ ਉਹਨੇ ਉਹਦੇ ਦੋਵੇਂ ਹੱਥ ਫੜ ਕੇ ਘੁੱਟ ਲਏ। ਨਵਾਬ ਕਹਿਓ ਤੁਮ ਪੀਰ ਹਮਾਰੇ। ਦੀਨਾ ਬੇਗ ਬੜਾ ਚਲਾਕ ਬੰਦਾ ਸੀ, ਮਿੱਠਾ ਬੜੀ ਮਿੱਠੀ ਗੋਲੀ ਦੇਣੀ ਜਾਣਦਾ ਸੀ। ਬਾਬੇ ਵਡਭਾਗ ਸਿੰਘ ਕਹਿੰਦਾ ਜੀ ਤੁਸੀਂ ਗੁਰੂ ਮਹਾਰਾਜ ਦੇ ਪੁੱਤਰ ਪੋਤਰੇ ਹੋ, ਗੁਰੂ ਅਰਜਨ ਦੇਵ ਜੀ ਦੇ, ਸਾਡੇ ਤੁਸੀਂ ਗੁਰੂ ਹੋ। ਹਾਂਜੀ, ਗੁਰੂ ਕਹੀ ਈਮਾਨ ਸਲਾਮਤ ਦਿਦਾਰੇ। ਤੇ ਬਾਬਾ ਵਡਭਾਗ ਸਿੰਘ ਕਹਿਣ ਲੱਗਾ ਜੇ ਤੇਰਾ ਸਾਡੇ ਤੇ ਵਿਸ਼ਵਾਸ ਹੈ ਤੇ ਗੁਰੂ ਨਾਨਕ
ਤੇਰੇ ਵੀ ਕੰਮ ਪੂਰੇ ਕਰੇਗਾ। ਮਨਸਤ ਇੱਕ ਪੈ ਦੋਨੋਂ ਬਹਿ, ਇੱਕੋ ਗੱਦੀ ਤੇ ਇੱਕੋ ਮੰਜੇ ਤੇ ਦੋਵੇਂ ਬਹਿ ਕੇ ਦੀਨਾ ਬੇਗ ਤੇ ਵਡਭਾਗ ਸਿੰਘ ਗੁਪਤ ਗੱਲਾਂ ਕਰਨ ਲੱਗੇ ਰਾਜਨੀਤੀ ਦੀਆਂ। ਆਪ ਆਪਣੇ ਸਭ ਦੁੱਖ ਕਹਿ, ਆਪਣੇ ਆਪਣੇ ਦੁੱਖੜੇ ਰੋਂਦੇ ਨੇ ਦੋਵੇਂ ਹੀ। ਨਵਾਬ ਕਹੀ ਹਮ ਮੁਲਕ ਦਿਵਾਵੋ, ਦੀਨਾ ਬੇਗ ਕਹਿਣ ਲੱਗਾ ਬਾਬਾ ਜੀ ਆਸ਼ੀਰਵਾਦ ਦਿਓ ਤੇ ਮੈਂ ਜਲੰਧਰ ਦਾ ਸੂਬੇਦਾਰ ਬਣ ਜਾਵਾਂ। ਤੁਮ ਹੋ ਪੀਰ ਹਮ ਮੁਰੀਦ ਬਨਾਵੋ, ਤੁਸੀਂ ਸਾਡੇ ਪੀਰ ਤੇ ਅਸੀਂ ਤੁਹਾਡੇ ਮੁਰੀਦ ਬਣ ਕੇ ਰਹਾਂਗੇ। ਦੋਹਰਾ ਕਰਤਾਰਪੁਰੇ ਜਿਤਨੀ ਕਰੀ, ਪਠਾਨ ਜਲੰਧਰ ਵਾਲ। ਜੋ ਪਠਾਣਾ ਨੇ ਨਾਸਰ ਅਲੀ ਨੇ ਜਲੰਧਰ ਦੇ ਸੂਬੇਦਾਰ ਨੇ ਜੋ ਉਸ ਵੇਲੇ ਸੀਗਾ, ਉਹਨੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਕਤਲੇਗਾਰਤ ਕੀਤੀ ਹੈ। ਜੋ ਕਰਤਾਰਪੁਰ ਦੇ ਗੁਰਦੁਆਰਾ ਥੰਮ ਸਾਹਿਬ ਸਾੜਿਆ, ਉੱਥੇ ਗਊਆਂ ਮਾਰੀਆਂ ਹਨ, ਉਹਦਾ ਬਦਲਾ ਕਰੋ ਕਤਲ ਜਲੰਧਰ, ਤੂੰ ਲਿਖ ਦੇ ਨਿਜ ਹੱਥ ਨਾਲ। ਬਾਬਾ ਵਡਭਾਗ ਸਿੰਘ ਕਹਿੰਦਾ ਫਿਰ ਮੇਰੀ ਮੰਗ ਸੁਣ, ਤੈਨੂੰ ਮੈਂ ਦਿਆਂਗਾ ਜਲੰਧਰ ਦੀ ਸੂਬੇਦਾਰੀ, ਪਰ ਇਹ ਨਾ ਹੋਵੇ ਕਿ ਉੱਥੇ ਸੂਬੇਦਾਰੀ ਲੈ ਕੇ ਮੁਸਲਮਾਨਾਂ ਦਾ ਭਰਾਈ ਬਣ ਜਾਵੇਂ ਤੇ ਪੱਖ ਲੈ ਲਵੇਂ। ਜੋ ਮੇਰੇ ਨਾਲ ਬੀਤੀ ਹੈ, ਮੇਰੇ ਦਿਲ ਦੇ ਉੱਤੇ ਜਿਹੜੀਆਂ ਛੁਰੀਆਂ ਚਲਾਈਆਂ ਨਾਸਰ ਅਲੀ ਨੇ, ਮੈਂ ਉਹ ਪੂਰਾ ਵਲ ਕੱਢਣਾ। ਉਹਦੇ ਵਿੱਚ ਮੈਂ ਜਲੰਧਰ ਸ਼ਹਿਰ ਦੇ ਜਿਹੜੇ ਪਠਾਨ ਨੇ ਕਤਲ ਕਰਨੇ ਸਾਰੇ। ਚੌਪਈ ਨਾਸਰ ਅਲੀ ਕੋ ਫੂਕੋ ਤੇ ਮਹੀ, ਮੈਂ ਨਾਸਰ ਅਲੀ ਦੀ ਲਾਸ਼ ਜਿਉਂਦੇ ਮਿਲ ਗਿਆ ਜਿਉਂਦਾ, ਜੇ ਮਰਿਆ ਮਿਲ ਗਿਆ ਤਾਂ ਵੀ ਸੰਸਕਾਰ ਕਰਾਂਗਾ, ਮੈਂ ਦੱਬਣ ਨਹੀਂ ਦੇਣਾ। ਵੀ ਤੂੰ ਕਹਵੇਂ ਵੀ ਉਹ ਸਾਡਾ ਮੁਸਲਮਾਨ ਦਫਨਾਵਾਂਗੇ, ਮੈਂ ਨਹੀਂ ਦਫਨਾਣ ਦੇਣਾ, ਮੈਂ ਉਦਾਂ ਹੀ ਸਾੜਾਂਗਾ। ਉਹਨੇ ਫੂਕਿਓ ਥੰਮ ਕੋ ਜਿਮਹੀ, ਜਿਵੇਂ ਉਹਨੇ ਸਾਡੇ ਗੁਰੂ ਅਰਜਨ ਦੇਵ ਜੀ ਦਾ ਥੰਮ ਸਾੜਿਆ ਹੈ, ਮੈਂ ਉਵੇਂ ਸਾੜਾਂਗਾ ਨਾਸਰ ਅਲੀ ਨੂੰ। ਜਿਉਂ ਤੈ ਗਊ ਪਠਾਨ ਨਕਾਈ, ਜੇ ਉਹਨਾਂ ਨੇ ਸਾਡੇ ਗੁਰਦੁਆਰੇ 'ਚ ਗਊਆਂ ਮਾਰੀਆਂ ਨੇ, ਮੈਂ ਉਮਾ ਦਿਉ ਸੂਰ ਜਲਾਈ। ਤੇ ਮੈਂ ਉਹਦੇ ਘਰ ਸੂਰ ਮਾਰਾਂਗਾ ਜਾ ਕੇ। ਜਲੰਧਰ ਮਸਲੇ ਕਤਲੇ ਕਰੂੰ, ਜਲੰਧਰ ਦੇ ਪਠਾਨ ਮੈਂ ਕਤਲ ਕਰ ਦਿਆਂਗਾ। ਫੇਰ ਕਟਾਵੇ ਮੈਂ ਨੈ ਟਰੂੰ, ਔਰ ਇਹ ਕਤਲਗਾਰਤ ਮੈਂ ਟਲਣਾ ਕੋਈ ਨਹੀਂ, ਮੈਂ ਕੋਈ ਲਿਹਾਜ਼ ਨਹੀਂ ਕਰਨਾ, ਕਿਉਂਕਿ ਮੇਰਾ ਹੋਰ ਕੋਈ ਮਕਸਦ ਨਹੀਂ, ਮੇਰਾ ਇੱਕੋ ਮਕਸਦ ਹੈ, ਮੈਂ ਬਦਲਾ ਲੈਣਾ ਗੁਰਦੁਆਰੇ ਦਾ। ਹਿੰਦਵਾਨੀ ਜਿਮ ਮੁਗਲਾਨੀ ਫੜਾਉਂ, ਜਿਵੇਂ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦਾ ਸੀ, ਉਦਾਂ ਮੈਂ ਇਹਨਾਂ ਦੀਆਂ ਪਠਾਣੀਆਂ ਮੁਗਲਾਣੀਆਂ ਰੰਡੀਆਂ ਕਰ ਦੇਣੀਆਂ। ਚੂੜਨ ਕੋ ਮੈਂ ਪਠਾਣੀ ਕਰਾਉਂ, ਇਹਨਾਂ ਪਠਾਣੀਆਂ ਨੂੰ ਮੈਂ ਮਜਬੀਆਂ ਦੇ ਘਰਾਂ 'ਚ ਭੇਜ ਦੇਣਾ ਹੈ। ਕਸਮ ਸਾਤ ਮੋਕੋ ਲਿਖ ਦੇ ਹੋ, ਹਾਂ ਇਹ ਲਿਖ ਕੇ ਦੇ ਦੀਨਾ ਵੇ ਕੋਈ ਕਸਮ ਨਾਲ ਵੀ ਜੋ ਮੈਂ ਕਹਿ ਰਿਹਾ ਮੇਰੀ ਮੰਗ ਪੂਰੀ ਹੋਵੇਗੀ। ਜੇ ਤੂੰ ਮੇਰੀ ਮੰਗ ਪੂਰੀ ਕਰੇਗਾ, ਜਲੰਧਰ 'ਚ ਕਤਲਗਾਰਤ ਕਰਨ ਦੀ ਮੈਨੂੰ ਖੁੱਲ੍ਹ ਦੇਵੇਂਗਾ, ਤੇ ਮੈਂ ਵੀ ਤੈਨੂੰ ਜਲੰਧਰ ਦਾ ਸੂਬੇਦਾਰ ਬਣਾਵਾਂਗਾ। ਮੁਲਕ ਦਬਾਬਾ ਮੈਂ ਤੋਲੇ ਹੋ, ਦੁਆਬਾ ਮੁਲਕ ਜਲੰਧਰ ਹੁਸ਼ਿਆਰਪੁਰ ਜਿੰਨੇ ਜ਼ਿਲ੍ਹੇ ਹਨ, ਜਿੰਨਾ ਦੁਆਬਾ ਉਹਦਾ ਰਾਜ ਤੈਨੂੰ ਮੈਂ ਦਿਆਂਗਾ। ਪਹਿਲੋਂ ਦੀ ਮੈਂ ਦਿਉ ਛਡਾਈ, ਪਹਿਲਾਂ ਹੀ ਜਾ ਕੇ ਮੈਂ ਤੈਨੂੰ ਛੁਡਾ ਕੇ ਦਿਆਂਗਾ ਸਾਰਾ ਇਲਾਕਾ। ਪਾਛੇ ਹਮਰੋ ਮਨ ਪਤਿਆਈ, ਫੇਰ ਮੇਰਾ ਮਨ ਭਰੋਸੇ 'ਚ ਆਵੇਗਾ, ਫਿਰ ਤੂੰ ਮੇਰੀਆਂ ਸ਼ਰਤਾਂ ਪੂਰੀਆਂ ਕਰੇਂਗਾ। ਦੋਹਰਾ ਵਡਭਾਗ ਸਿੰਘ ਜਉ ਕਹੀ ਸੋ ਓਨਲੀਨੀ ਮਾਨ। ਦੀਨਾ ਬੇਗ ਨੂੰ ਕੀ ਲੋੜ ਸੀ ਕਿਸੇ ਨਾਲ, ਉਹਨੇ ਤੇ ਆਪਣਾ ਰਾਜ ਚਾਹੀਦਾ ਸੀ, ਰਾਜਨੀਤੀ ਬੰਦੇ ਨੂੰ ਤਾਂ ਰਾਜ ਚਾਹੀਦਾ। ਉਹਨੇ ਕਿਹਾ ਠੀਕ ਹੈ ਬਾਬਾ ਜੀ, ਤੁਸੀਂ ਮੇਰੀ ਮਦਦ ਕਰੋ, ਆਸ਼ੀਰਵਾਦ ਦਿਓ, ਸਿੰਘਾਂ ਦੀ ਫੌਜ ਨੂੰ ਬੁਲਾ ਲਓ। ਜੇ ਸਿੰਘ ਤੁਹਾਡੇ ਕਹੇ ਤੇ ਮੇਰੇ ਨਾਲ ਰਲ ਜਾਂਦੇ ਆ, ਤੇ ਜਲੰਧਰ ਮਾਰ ਕੇ ਸੂਬੇਦਾਰੀ ਮੇਰੀ ਤੇ ਬਦਲਾ ਤੁਸੀਂ ਲਓ। ਕਰਤਾਰਪੁਰ ਗੁਰਦੁਆਰੇ ਦੀ ਜਿੰਨੀ ਸੇਵਾ ਕਹੋਗੇ ਮੈਂ ਕਰਾਵਾਂਗਾ। ਬਾਬੇ ਵਡਭਾਗ ਸਿੰਘ ਜੀ ਹੋਰਾਂ ਨੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਏ ਨੂੰ ਕਿੱਦਾਂ ਸੱਦਿਆ, ਮੀਟਿੰਗ ਪਹਾੜਾਂ ਵਿੱਚ ਹੋਈ, ਤੇ ਇਹ ਸਾਰੀ ਫੌਜ ਖਾਲਸੇ ਦੀ ਜਲੰਧਰ ਤੇ ਕਿਵੇਂ ਚੜ੍ਹੀ ਹੈ, ਗੁਰਦੁਆਰਾ ਥੰਮ ਸਾਹਿਬ ਦਾ ਬਦਲਾ ਬਾਬੇ ਵਡਭਾਗ ਸਿੰਘ ਜੀ ਨੇ ਕਿਵੇਂ ਲਿਆ ਹੈ, ਨਾਸਰ ਅਲੀ ਨੂੰ ਜਿਉਂਦਾ ਸਾੜਿਆ ਜਾਂ ਉਹ ਕਬਰ ਚੋਂ ਕੱਢ ਕੇ ਸਾੜਿਆ, ਉਹ ਸਾਰੀ ਕਥਾ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤ।